ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅੱਜ ਬੁੱਧਵਾਰ 8 ਫਰਵਰੀ ਨੂੰ ਕੈਨੇਡਾ ਦੀਆਂ ਅਖਬਾਰਾਂ ਦੇ ਵਿੱਚ ਸੁਰਖੀਆਂ ਕੀ ਨੇ, ਕਿਹੜੀਆਂ 8-10 ਗੱਲਾਂ ਜਿਨ੍ਹਾਂ ਦੇ ਉੱਤੇ ਸਾਰੀ ਅੱਜ ਗੱਲਬਾਤ ਚੱਲ ਰਹੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਸਭ ਤੋਂ ਪਹਿਲਾਂ ਤਾਂ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਨੇ ਕੁਝ ਐਲਾਨ ਕੀਤੇ। ਸਿਹਤ ਪ੍ਰਬੰਧਾਂ ਨੂੰ ਲੈ ਕੇ ਪ੍ਰੀਮੀਅਰ ਦੇ ਨਾਲ ਮੀਟਿੰਗ ਚੱਲ ਰਹੀ ਸੀ, ਉਹ ਗੱਲਬਾਤ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਦੂਜੀ ਗੱਲਬਾਤ BC ਦੀ ਮਿਨਿਸਟਰ ਸਲੀਨਾ ਰੋਬਿਨਸਨ ਕੈਂਸਰ ਤੋਂ ਪੀੜਤ ਹੋਏ। ਅੱਜ ਉਹਨਾਂ ਨੇ ਇਹ ਖਬਰ ਸਾਂਝੀ ਕੀਤੀ ਹੈ ਲੋਕਾਂ ਦੇ ਨਾਲ, ਇਹਦੇ 'ਤੇ ਕਾਫੀ ਚਰਚਾ ਹੋ ਰਹੀ ਹੈ। ਤੀਜੀ ਗੱਲਬਾਤ ਆ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 30 ਸਤੰਬਰ ਨੂੰ ਜਿਹੜਾ ਟਰੁੱਥ ਐਂਡ ਰੀਕਨਸੀਲੀਏਸ਼ਨ ਡੇ ਹੁੰਦਾ, ਉਸ ਦਿਨ ਸਰਕਾਰੀ ਛੁੱਟੀ ਕਰਨ ਦੇ ਯਤਨ ਹੋ ਰਿਹਾ, ਜਾਣੀ ਸਟੇਟ ਹੌਲੀਡੇ ਨੂੰ ਬਣਾਉਣ ਦੀ ਗੱਲਬਾਤ ਚੱਲ ਰਹੀ ਹੈ। ਜਸਟਿਨ ਟਰੂਡੋ ਅਤੇ ਜਿਹੜੀ ਅਲਬਰਟਾ ਦੀ ਪ੍ਰੀਮੀਅਰ ਆ ਡੇਨੀਅਲ ਸਮਿਥ, ਉਹਨਾਂ ਨੇ ਹੱਥ ਮਿਲਾਇਆ ਅਤੇ ਉਹ ਹੱਥ ਮਿਲਾਉਣ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਅਗਲੀ ਗੱਲਬਾਤ ਕਰਨੀ ਹੈ ਕੈਲਗਰੀ ਦੇ ਵਿੱਚ ਇੱਕ ਬਜ਼ੁਰਗ ਔਰਤ ਦੇ ਐਂਬੂਲੈਂਸ ਵਾਲਿਆਂ ਦੇ ਵਿਵਹਾਰ ਤੋਂ ਇਤਰਾਜ਼ ਨੇ। ਉਹ ਨਾਖੁਸ਼ ਆ ਵੀ ਐਂਬੂਲੈਂਸ ਵਾਲੇ ਘਰ ਵਿੱਚ ਪਹੁੰਚ ਤਾਂ ਗਏ ਪਰ ਉਹਨੂੰ ਲੈ ਕੇ ਨਹੀਂ ਗਏ। ਮਹਿੰਗਾਈ ਦੀ ਮਾਰ ਉਸੇ ਤਰ੍ਹਾਂ ਕੈਨੇਡਾ ਵਾਸੀਆਂ ਦੇ ਉੱਪਰ ਪੈ ਰਹੀ ਆ ਅਤੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਕਲਮ ਦਾ ਅੱਜ ਬਿਆਨ ਚਰਚਾ ਦੇ ਵਿੱਚ ਆ, ਉਹ ਤੁਹਾਡੇ ਨਾਲ ਸਾਂਝਾ ਕਰਨਾ। ਅਤੇ ਜਿੱਦਾਂ ਆਈਲੈਟਸ ਲੋਕ ਕਰਦੇ ਆ ਅਤੇ ਟੋਫਲ ਹੁੰਦਾ ਸੀ ਜਾਂ ਹੁਣ ਵੀ ਹੁੰਦਾ ਆ, ਅਤੇ ਉਸੇ ਤਰ੍ਹਾਂ ਹੁਣ PTT ਟੈਸਟ ਨਾਲ ਵੀ ਕੈਨੇਡਾ ਦਾ ਵੀਜ਼ਾ ਮਿਲ ਸਕਦਾ, ਇਹਦੇ ਬਾਰੇ ਵੀ ਗੱਲਬਾਤ ਕਰਨੀ ਹੈ। ਅਤੇ ਟੈਕਸ ਫਾਈਲ ਦੀ ਤਰੀਕ ਹਜੇ ਦੂਰ ਆ, ਪਰ ਫਿਰ ਵੀ ਕੁਛ ਟੈਕਸ ਕ੍ਰੈਡਿਟਸ ਨੇ ਕਹਿੰਦੇ ਜਿਨ੍ਹਾਂ ਬਾਰੇ ਪਹਿਲਾਂ ਪਤਾ ਕਰ ਲੈਣਾ ਚਾਹੀਦਾ। ਅਤੇ ਵੈਨਕੂਵਰ ਬੀਚ ਦੇ ਉੱਤੇ ਗਲਤ ਤਰੀਕੇ ਨਾਲ ਪਾਰਕ ਕੀਤੇ ਮੋਟਰ ਹੋਮ ਜਿਹੜੇ ਆ ਹਟਾ ਦਿੱਤੇ ਗਏ ਆ। ਸਭ ਤੋਂ ਪਹਿਲੀ ਗੱਲਬਾਤ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਜਿਹੜੇ ਕੱਲ੍ਹ ਮੰਗਲਵਾਰ ਨੂੰ ਐਲਾਨ ਕੀਤੇ ਆ ਸਿਹਤ ਸੇਵਾਵਾਂ ਦੇ ਵਿੱਚ ਲੈ ਕੇ ਹੈਲਥ ਸਿਸਟਮ ਦੇ ਵਿੱਚ ਜਿਹੜਾ ਉਹਨੂੰ ਠੀਕ ਠਾਕ ਕਰਨ ਦੇ ਲਈ $196.1 ਬਿਲੀਅਨ ਸਰਕਾਰ ਖਰਚ ਕਰਨ ਨੂੰ ਤਿਆਰ ਆ, ਜਿਹਦੇ ਵਿੱਚ $46.2 ਬਿਲੀਅਨ ਦੇ ਨਵੇਂ ਫੰਡ ਵੀ ਸ਼ਾਮਲ ਨੇ। ਇਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਗੱਲਬਾਤ ਕਹੀ ਹੈ। ਇਹਦੇ ਵਿੱਚ ਜਿਹੜਾ ਪ੍ਰਪੋਜ਼ਲ ਆ ਕਿਹਾ ਇਹ ਗਿਆ ਆ ਕਿ ਕੈਨੇਡਾ ਹੈਲਥ ਟਰਾਂਸਫਰ ਦੇ ਵਿੱਚ ਬਿਨਾਂ ਕਿਸੇ ਸ਼ਰਤ ਤੋਂ $2 ਬਿਲੀਅਨ ਦਾ ਵਾਧਾ ਕੀਤਾ ਜਾਊਗਾ, ਜਿਹਦਾ ਮਤਲਬ ਇਹ ਆ ਕਿ ਹੈਲਥ ਕੇਅਰ ਸਿਸਟਮ ਦੇ ਵਿੱਚ ਜਿਹੜੀਆਂ ਇਸ ਵੇਲੇ ਸਮੱਸਿਆਵਾਂ ਨੇ ਉਹਨਾਂ ਨੂੰ ਠੀਕ ਠਾਕ ਕੀਤਾ ਜਾ ਸਕੇ। ਹੈਲਥ ਕੇਅਰ ਸਿਸਟਮ ਦੇ ਵਿੱਚ ਪ੍ਰੋਵਿੰਸ ਪੈਸੇ ਪਾਉਂਦਾ, ਫੈਡਰਲ ਸਰਕਾਰ ਪੈਸੇ ਦਿੰਦੀ ਆ। ਸਿਸਟਮ ਜਿਹੜਾ ਕਿਤੇ ਨਾ ਕਿਤੇ ਕੈਨੇਡਾ ਦੇ ਵਿੱਚ ਇਹ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਿਹਾ, ਅਤੇ ਉਹਨੂੰ ਠੀਕ ਠਾਕ ਕਰਨ ਦੇ ਲਈ ਜਿਹੜੇ ਸਾਰੇ ਦੇ ਸਾਰੇ ਪ੍ਰੀਮੀਅਰ ਨੇ, ਸਾਰੇ ਸੂਬਿਆਂ ਦੇ ਮੁੱਖ ਮੰਤਰੀ ਨੇ ਕੈਨੇਡਾ ਦੇ, ਉਹ ਇਸ ਵੇਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰ ਰਹੇ ਆ ਇਸੇ ਮਾਮਲੇ ਦੇ ਉੱਤੇ। ਅਤੇ ਸਮੱਸਿਆ ਜਿਵੇਂ ਸਾਡੇ ਐਮਰਜੈਂਸੀ ਰੂਮਾਂ ਦੇ ਉੱਤੇ ਜਿੰਨਾ ਬੋਝ ਪਿਆ ਆ, ਸਰਜਰੀਆਂ ਦਾ ਬੈਕਲੌਗ ਆ, ਇਹਨੂੰ ਹੱਲ ਕਰਨ ਦੇ ਲਈ ਇਹ ਇਕੱਠੇ ਹੋ ਕੇ ਗੱਲਬਾਤ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਵੀ ਕਿਹਾ ਕਿ 5% ਵਾਧਾ ਅਸੀਂ ਕਰ ਦਾਂਗੇ ਅਗਲੇ 5 ਸਾਲਾਂ ਦੇ ਵਿੱਚ, ਤਾਂ ਕਿ ਆਉਂਦੇ ਸਮੇਂ ਦੇ ਵਿੱਚ ਅਸੀਂ ਪੱਕਾ ਇੱਕ ਫਿਕਸ ਕਰ ਦਾਂਗੇ ਕਿ ਇੰਨੇ % ਵਾਧਾ ਕਰਨਾ, ਅਤੇ ਉਹਦੀ ਫੰਡਿੰਗ ਦਾ ਪਹਿਲਾਂ ਹੀ ਇੰਤਜ਼ਾਮ ਕਰ ਦਿੱਤਾ ਜਾਊਗਾ। 10 ਸਾਲਾਂ ਦੌਰਾਨ ਜਿਹੜਾ ਕੈਨੇਡਾ ਹੈਲਥ ਟਰਾਂਸਫਰ ਦੇ ਵਿੱਚ 61% ਦੇ ਵਾਧਾ ਦਾ ਗੱਲਬਾਤ ਕੀਤੀ ਗਈ ਆ। ਅਤੇ ਹੁਣ ਇਹਦਾ ਜਿਹੜੇ ਪ੍ਰੀਮੀਅਰ ਆ ਉਹ ਥੋੜ੍ਹਾ ਬਹੁਤਾ ਸਮਾਂ ਚਾਹੁੰਦੇ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਐਵੈਲੂਏਟ ਕਰਕੇ ਦੇਖ ਲਿਆ ਜਾਵੇ। ਜਦੋਂ ਮੁਲਾਕਾਤ ਕੀਤੀ ਹੈ ਸਾਰੇ ਮੁੱਖ ਮੰਤਰੀਆਂ ਨੇ, ਪ੍ਰੀਮੀਅਰਸ ਨੇ ਪ੍ਰਧਾਨ ਮੰਤਰੀ ਦੇ ਨਾਲ, ਅਤੇ ਉਹ ਕਹਿੰਦੇ ਵੀ ਸਾਨੂੰ ਇਹਦੇ ਲਈ ਸਮਾਂ ਚਾਹੀਦਾ, ਥੋੜ੍ਹਾ ਜਿਹਾ ਸਮਾਂ ਮਿਲ ਜੇ, ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਜੋ ਕੁਛ ਇਹ ਕਹਿ ਰਹੇ ਆ ਉਹਦੇ ਨਾਲ ਸਾਡਾ ਸਰਦਾ ਜਾਂ ਸਾਨੂੰ ਹੋਰ ਪੈਸਾ ਚਾਹੀਦਾ, ਅਤੇ ਫਿਰ ਅਸੀਂ ਗੱਲਬਾਤ ਦੱਸ ਸਕਦੇ ਹਾਂ। ਸਾਰੇ ਪ੍ਰੋਵਿੰਸਾਂ ਦੇ ਜਿਹੜੇ ਪ੍ਰੀਮੀਅਰ ਸੀਗੇ ਉਹਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਗੱਲਾਂ ਬਾਤਾਂ ਉਹਨਾਂ ਦੇ ਨਾਲ ਕੀਤੀਆਂ। ਜਿਵੇਂ ਮੈਨੀਟੋਬਾ ਦੀ ਪ੍ਰੀਮੀਅਰ ਆ ਹੈਦਰ ਸਟੀਫਨਸਨ ਨੇ ਉਹਨਾਂ ਦੀ ਜਿਹੜੇ ਸਾਰੇ ਮਤਲਬ ਇਹ ਪ੍ਰੀਮੀਅਰ ਨੇ ਇਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਲੀ ਜਿਹੜੀ ਕੌਂਸਲ ਆਫ ਫੈਡਰੇਸ਼ਨ ਆ ਉਹਦੀ ਮੁਖੀ ਵੀ ਆ, ਉਹ ਕਹਿੰਦੇ ਵੀ ਅਸੀਂ ਖੁਸ਼ ਨਹੀਂ ਆ ਬਹੁਤੇ ਜਿਹੜੀ ਅਮਾਊਂਟ ਦੱਸੀ ਹੈ ਇਹਨਾਂ ਨੇ। ਹੁਣ ਮੈਨੀਟੋਬਾ ਦੀ ਪ੍ਰੀਮੀਅਰ ਹੈਦਰ ਸਟੀਫਨਸਨ ਨੇ ਇਹ ਕਿਹਾ ਵੀ ਅਮਾਊਂਟ ਤਾਂ ਭਾਵੇਂ $1 ਬਿਲੀਅਨ ਆ ਮਤਲਬ ਜਿਹੜੀ ਦੇਖਣ ਨੂੰ, ਪਰ ਉਹਨਾਂ ਦੇ ਕਹਿਣ ਅਨੁਸਾਰ ਜਿਹੜੇ ਪ੍ਰੀਮੀਅਰ ਨੇ ਉਹ ਇਹਦੇ ਤੋਂ ਖੁਸ਼ ਨਹੀਂ ਆ। ਉਹ ਕਹਿੰਦੇ ਵੀ ਸਾਲਾਨਾ ਜਿਹੜਾ ਹੈਲਥ ਟਰਾਂਸਫਰ ਆ ਉਹਨੂੰ $28 ਬਿਲੀਅਨ ਦਾ ਵਾਧਾ ਕਰੇ। ਇਹ ਵੀ ਸਟੀਫਨਸਨ ਨੇ ਕਿਹਾ ਕਿ ਇਹਦਾ ਅਰਥ ਇਹ ਨਹੀਂ ਕਿ ਸੂਬੇ ਅਤੇ ਜਿਹੜੇ ਇਹ ਹੈਗੇ ਆ ਯੂਨੀਅਨ ਟੈਰੀਟਰੀ, ਇਹ ਇੱਕਦਮ ਇਹਨਾਂ ਨੂੰ ਨਕਾਰ ਦੇਣਗੇ ਵੀ ਅਸੀਂ ਕਹਿ ਦਾਂਗੇ ਅਸੀਂ ਨਹੀਂ ਲੈਣੇ, ਇਹ ਗਲਤ ਆ। ਪਰ ਮਤਲਬ ਖੁਸ਼ ਨਹੀਂ, ਜਿੰਨੀ ਮਦਦ ਉਹ ਫੈਡਰਲ ਸਰਕਾਰ ਤੋਂ ਚਾਹੁੰਦੇ ਆ ਕਿ ਹੈਲਥ ਸਿਸਟਮ ਨੂੰ ਠੀਕ ਠਾਕ ਕੀਤਾ ਜਾਵੇ ਕੈਨੇਡਾ ਦੇ ਨੂੰ, ਉਹ ਨਹੀਂ ਮਿਲ ਰਹੀ। ਤੁਹਾਨੂੰ ਪਤਾ ਹੈ ਕਿ ਕੈਨੇਡਾ ਦਾ ਜਿਹੜਾ ਹੈਲਥ ਸਿਸਟਮ ਆ ਇਹਦੇ 'ਤੇ ਸਵਾਲ ਬਹੁਤ ਉੱਠ ਰਹੇ ਆ। ਇੱਥੇ ਤੱਕ ਵੀ ਲੋਕ ਮਤਲਬ ਕਹਿ ਰਹੇ ਵੀ ਇਹਦਾ ਕੋਈ ਹੱਲ ਪੱਕਾ ਹੋਣਾ ਚਾਹੀਦਾ। ਫੈਮਿਲੀ ਡਾਕਟਰ ਹੈ ਨਹੀਂ ਗੇ, ਕਿਤੇ ਵੀ ਹੈ ਨਹੀਂ ਗੇ, ਸਾਰੇ ਆ ਜਿਹੜੀ ਐਂਬੂਲੈਂਸ ਵਾਲਿਆਂ ਦਾ ਬੁਰਾ ਹਾਲ ਆ। 911 ਕਾਲ ਕਰ ਲਓ, ਕਈ ਵਾਰੀ ਕਿੰਨਾ ਚਿਰ ਆਉਂਦੇ ਹੀ ਨਹੀਂ,
ਉਹਦੇ ਤੋਂ ਬਾਅਦ ਜਦੋਂ ਹਸਪਤਾਲ ਦੇ ਵਿੱਚ ਚਲੇ ਜਾਂਦੇ ਆ, ਉੱਥੇ ਕਿਸੇ ਨੂੰ ਹਾਲਵੇ ਦੇ ਵਿੱਚ ਜਾਣਾ ਪੈਂਦਾ, ਕਿਤੇ ਬੰਕ ਬੈੱਡ ਲਾਉਣੇ ਪੈ ਰਹੇ ਆ, 2-2 ਜਿਹੜੇ ਬੈੱਡ ਇੱਕ ਕਮਰੇ ਦੇ ਵਿੱਚ, ਤੇ ਕਿਤੇ 8-8 10 ਘੰਟੇ ਦੀ ਵੇਟ ਆ। ਇਹ ਸਾਰਾ ਸਿਸਟਮ ਜਿਹੜਾ ਇਹਨੂੰ ਠੀਕ ਕਰਨ ਦੀ ਲੋੜ ਆ, ਕਿਉਂਕਿ ਕੋਵਿਡ ਰਿਹਾ, ਹਾਲਾਤ ਬਹੁਤ ਮਾੜੇ ਰਹੇ ਆ, ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਇਹ ਸਟਰਗਲ ਕਰ ਰਿਹਾ ਸਿਸਟਮ, ਤੇ ਇਹਦੇ ਕਰਕੇ ਹੁਣ ਇਹ ਗੱਲਬਾਤ ਚੱਲ ਰਹੀ ਹੈ। ਤੇ ਹੁਣ ਪ੍ਰੀਮੀਅਰ ਜਿਹੜੇ ਉਹ ਟਾਈਮ ਲੈਣਗੇ ਵੀ ਅਸੀਂ ਸਮਾਂ ਲੈ ਕੇ ਫਿਰ ਡਿਸਾਈਡ ਕਰਾਂਗੇ ਕਿ ਜੋ ਕੁਝ ਸਾਨੂੰ ਦਿੱਤਾ ਗਿਆ ਕਿ ਉਹ ਐਨਫ ਆ ਜਾਂ ਹੋਰ ਚਾਹੀਦਾ ਹੈ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਉਹ ਕਹਿੰਦੇ ਵੀ ਇਹ ਠੀਕ ਆ, ਇਹਨਾਂ ਨੇ ਸ਼ੁਰੂ ਕਰ ਲਿਆ, ਇੱਥੇ ਤੱਕ ਤਾਂ ਠੀਕ ਆ, ਪਰ ਇਹਨੂੰ ਇੱਦਾਂ ਮੰਨਿਆ ਜਾਵੇ ਵੀ ਇੱਕ ਤਰ੍ਹਾਂ ਦੀ ਡਾਊਨ ਪੇਮੈਂਟ ਆ ਇਹ, ਅਸਲੀ ਤਾਂ ਬਾਅਦ ਦੇ ਵਿੱਚ ਸਾਰਾ ਪੈਸਾ ਦਿੱਤਾ ਜਾਣਾ ਆ। ਵੀ ਚਲੋ ਬਿਗਨਿੰਗ ਚੰਗੀ ਆ। ਜਿਹੜੇ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਉਹਨਾਂ ਨੇ ਇਸ ਗੱਲ ਦੇ ਨਾਲ ਗੱਲਬਾਤ ਕਹੇ ਆ। ਤੇ ਹੁਣ ਜਿਹੜਾ ਜਸਟਿਨ ਟਰੂਡੋ ਹੋਰਾਂ ਨੂੰ ਵੀ ਸਵਾਲ ਪੁੱਛਿਆ ਗਿਆ ਵੀ ਜਿੱਦਾਂ ਕਿ ਸੂਬਿਆਂ ਦੇ ਪ੍ਰੀਮੀਅਰ, ਇਹ ਮੁੱਖ ਮੰਤਰੀ ਇਹ ਕਹਿ ਰਹੇ ਆ ਕਿ ਸਾਨੂੰ ਜਿਹੜੀ ਫੰਡਿੰਗ ਦੇ ਵਿੱਚ ਵਾਧਾ ਕੀਤਾ ਜਾਵੇ, ਤੁਸੀਂ ਵਾਧਾ ਕਰੋਗੇ ਜਾਂ ਨਹੀਂ ਕਰੋਗੇ। ਤੇ ਉਹ ਕਹਿੰਦੇ ਕਿ ਇਹ ਅਸਲ ਦੇ ਵਿੱਚ ਅਸੀਂ ਹੈਲਥ ਕੇਅਰ ਦੇ ਵਿੱਚ ਸੁਧਾਰ ਕਰਨਾ ਚਾਹੁੰਦੇ ਹਾਂ। ਇਹ ਕਈ ਬਿਲੀਅਨ ਡਾਲਰ ਦਾ ਜਿਹੜਾ ਮਾਮਲਾ ਆ, ਤੇ ਇਹ ਮਤਲਬ ਅਸੀਂ ਸੂਬਿਆਂ ਨੂੰ ਦੇਣਾ ਹੀ ਆ, ਤੇ ਉਹਨਾਂ ਨਾਲ ਅਸੀਂ ਉਹ ਕਹਿੰਦੇ ਅਸੀਂ ਕੰਮ ਜਿਹੜਾ ਕਰਨ ਦੇ ਲਈ ਤਿਆਰ ਆ। ਨਿਊ ਬਰੰਸਵਿਕ ਦੇ ਪ੍ਰੀਮੀਅਰ ਨੇ ਬਲੇਨ ਹਿਗਸ, ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਉਮੀਦ ਨਹੀਂ ਵੀ ਇਸ ਫੰਡਿੰਗ ਦੇ ਵਿੱਚ ਹੋਰ ਵਾਧਾ ਹੋਊਗਾ, ਵੀ ਅਸੀਂ ਖੁਸ਼ ਹਾਂ ਚਾਹੇ ਨਿਰਾਸ਼ ਹਾਂ, ਪਰ ਸਾਨੂੰ ਲੱਗਦਾ ਵੀ ਹੋਰ ਵਾਧਾ ਨਹੀਂ ਇਹਦੇ ਵਿੱਚ ਹੋਣਾ। ਸੋ ਇਹਦੇ ਲਈ ਉਹ ਕਹਿੰਦੇ ਕੋਈ ਨਾ ਕੋਈ ਰਾਹ ਲੱਭਣਾ ਪਊਗਾ। ਹੁਣ ਜਦੋਂ ਫੈਡਰਲ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਇੰਨਾ ਵਾਧਾ ਕਰਾਂਗੇ, ਆਹ ਕਰਾਂਗੇ, ਆਹ ਕਰਾਂਗੇ, ਤਾਂ ਉਸ ਵੇਲੇ ਉਹਦੀਆਂ ਬਹੁਤ ਸਾਰੀਆਂ ਸ਼ਰਤਾਂ ਵੀ ਨੇ। ਹੈਲਥ ਟਰਾਂਸਫਰ ਦੇ ਵਿੱਚ ਜਿਹੜਾ ਵਾਧਾ ਆ, ਉਹਦੇ ਵਿੱਚ ਉਹ ਕਹਿੰਦੇ ਵੀ ਜਿਹੜੇ ਰਿਜ਼ਲਟ ਨੇ ਇਹਦੇ ਵਿੱਚ ਜਿਹੜੀ ਉਹ ਲੈ ਕੇ ਆਓ, ਤੁਸੀਂ ਪਾਰਦਰਸ਼ਤਾ ਲੈ ਕੇ ਆਓ, ਕਲੈਰਿਟੀ ਲੈ ਕੇ ਆਓ, ਜ਼ਿਆਦਾ ਇਹਨੂੰ ਟਰਾਂਸਪੇਰੈਂਟ ਕਰੋ। ਪਬਲਿਕ ਹੈਲਥ ਐਮਰਜੈਂਸੀ ਦੇ ਜਿਹੜਾ ਉਹਦਾ ਹੈਲਥ ਡਾਟਾ ਇਕੱਠਾ ਕਰਨਾ, ਉਹਨੂੰ ਸਾਂਝਾ ਕਰਨਾ, ਫਿਰ ਉਹਦੀ ਰਿਪੋਰਟ ਕਰਨੀ, ਫਿਰ ਉਹਦੇ ਵਿੱਚ ਸੁਧਾਰ ਕਰਨੇ, ਇਹ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਇਹ ਫੈਡਰਲ ਸਰਕਾਰ ਚਾਹੁੰਦੀ ਹੈ ਕਿ ਸੂਬੇ ਕਰਨ, ਤਾਂ ਅਸੀਂ ਇਹ ਪੈਸਾ ਜਿਹੜਾ ਦੇਵਾਂਗੇ। ਜੇ ਘੱਟੋ ਘੱਟ ਉਹਨਾਂ ਦੀ ਸ਼ਰਤ ਇਹ ਆ। ਫੈਡਰਲ ਸਰਕਾਰ ਇਸ ਕਰਕੇ ਵੀ ਜਿਹੜਾ ਡਾਟਾ ਚਾਹੁੰਦੀ ਆ ਵੀ ਸਾਨੂੰ ਟਰੈਕ ਤੇ ਲੱਗ ਸਕੇ, ਪਤਾ ਤਾਂ ਲੱਗ ਸਕੇ ਵੀ ਕੀ ਹੋ ਰਿਹਾ ਆ। ਨਾਲ ਹੀ ਫੈਡਰਲ ਸਰਕਾਰ ਇਹ ਚਾਹੁੰਦੀ ਆ ਕਿ ਚਾਹੇ ਉਹ ਹਸਪਤਾਲਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ, ਚਾਹੇ ਫਾਰਮਾਸਿਸਟ ਨੇ, ਚਾਹੇ ਡਾਕਟਰ ਨੇ, ਇਹ ਸਾਰੇ ਕੁਛ ਦੇ ਵਿੱਚ ਕਿੰਨਾ ਕੰਮ ਹੈਗਾ ਇਹਨਾਂ ਦਾ, ਇਹਨਾਂ ਦੀ ਕੈਪੇਬਿਲਿਟੀ ਕੀ ਆ, ਉਹਦੇ ਉੱਤੇ ਵੀ ਸਾਨੂੰ ਪਤਾ ਲੱਗ ਸਕਦਾ। ਇਹਦੇ ਨਾਲ ਹੀ ਉਹ ਕਹਿੰਦੇ ਸੂਬੇ ਤੇ ਜਿਹੜੇ ਪ੍ਰਦੇਸ਼ ਨੇ ਇਹਨਾਂ ਦੀ ਹੈਲਥ ਕੇਅਰ ਜ਼ਰੂਰਤਾਂ ਦੇ ਹਿਸਾਬ ਨਾਲ 10 ਸਾਲਾਂ ਦੌਰਾਨ 25 ਬਿਲੀਅਨ ਡਾਲਰ ਦੇਵਾਂਗੇ, ਪਰ ਇਹ ਫੰਡਿੰਗ ਜਿਹੜੇ 4 ਜਿਹੜੇ ਪ੍ਰੈਫਰੇਬਲ ਜ਼ੋਨਸ ਨੇ ਜਾਂ ਫੀਲਡ ਨੇ ਉਹਨਾਂ ਦੇ ਵਿੱਚ ਦਿੱਤੀ ਜਾਊਗੀ। ਜਿਹੜੀ ਪਰਿਵਾਰ ਆ ਉਹਦੀ ਹੈਲਥ ਕੇਅਰ ਤੱਕ ਅਪਰੋਚ ਕੀ ਆ, ਪਹੁੰਚ ਕੀ ਆ, ਹੈਲਥ ਕੇਅਰ ਵਰਕਰ ਤੇ ਜਿਹੜਾ ਬੈਕਲੌਗ ਮੈਂਟਲ ਹੈਲਥ ਤੇ ਸਬਸਟੈਂਸ ਅਬਿਊਜ਼, ਇਸੇ ਤਰ੍ਹਾਂ ਹੈਲਥ ਕੇਅਰ ਸਿਸਟਮ ਦੇ ਜਿਹੜਾ ਪੂਰਾ ਹੈਲਥ ਕੇਅਰ ਸਿਸਟਮ ਆ ਇਹਨੂੰ ਮਾਡਰਨਾਈਜ਼ ਕਰਨਾ, ਆਧੁਨਿਕ ਬਣਾਉਣਾ। ਇੱਕ ਐਕਸ਼ਨ ਪਲਾਨ ਵੀ ਤਿਆਰ ਕਰਨਾ ਪਊਗਾ ਇਹਨਾਂ ਨੂੰ ਸਾਰਿਆਂ ਨੂੰ, ਪ੍ਰੀਮੀਅਰਸ ਨੂੰ। ਉਹਦੇ 'ਚ ਵੇਰਵੇ ਦੇਣੇ ਪੈਣਗੇ ਕਿ ਫੈਡਰਲ ਜਿਹੜਾ ਸਰਕਾਰ ਪੈਸਾ ਦੇਣ ਲੱਗੀ ਆ, ਆਟੋਵਾ ਪੈਸਾ ਦੇਣ ਲੱਗਾ, ਉਹ ਕਿੱਥੇ ਜਾਣਾ, ਕਿੱਧਰ ਜਾਣਾ, ਇਹਦੇ ਨਾਲ ਜਿਹੜਾ ਫਰਕ ਕੀ ਪੈ ਰਿਹਾ। ਸੋ ਇਹ ਸਾਰੀ ਰਿਪੋਰਟ ਵੀ ਉਹਨਾਂ ਨੂੰ ਦੇਣੀ ਪਊਗੀ। ਜਿਹੜੇ ਪਰਸਨਲ ਸਪੋਰਟ ਵਰਕਰਾਂ ਵਾਲੀਆਂ ਤਨਖਾਹਾਂ ਵਿੱਚ ਵਾਧਾ ਕਰਨ ਦੇ ਲਈ ਸਰਕਾਰ ਨੇ 1.7 ਬਿਲੀਅਨ ਫੰਡਿੰਗ ਦਾ ਪ੍ਰਸਤਾਵ ਦਿੱਤਾ ਆ। ਇਹ ਤੋਂ ਬਿਨਾਂ ਜਿਹੜੇ ਫੈਡਰਲ ਸਰਕਾਰ ਆ ਜਿਹੜੀ ਖਾਸ ਕਰ ਸਾਡੇ ਇੱਥੋਂ ਦੇ ਮੂਲ ਨਿਵਾਸੀਆਂ ਦੀ ਸਿਹਤ ਦੇ ਉੱਤੇ ਫੋਕਸ ਕਰਨ ਲਈ 2 ਬਿਲੀਅਨ ਡਾਲਰ ਦੀ ਵਾਧੂ ਫੰਡਿੰਗ ਦਾ ਪ੍ਰਪੋਜ਼ਲ ਵੀ ਰੱਖਿਆ ਗਿਆ ਆ। ਸੋ ਦੇਖੋ ਹੁਣ ਕਿੱਥੇ ਗੱਲਬਾਤ ਪੂਰੀ ਹੁੰਦੀ ਹੈ। ਫੈਡਰਲ ਸਰਕਾਰ ਚਾਹੁੰਦੀ ਹੈ ਕਿ ਅਸੀਂ ਇਹ ਸਾਰਾ ਕੁਝ ਠੀਕ ਕਰੀਏ, ਕੈਨੇਡਾ ਵਰਗਾ ਹੋਵੇ, ਸਾਰਿਆਂ ਨੂੰ ਸਿਹਤ ਸਹੂਲਤਾਂ ਹੋਣ, ਸਾਰਿਆਂ ਕੋਲ ਡਾਕਟਰ ਹੋਣ, ਐਮਰਜੈਂਸੀ 'ਚ ਵੇਟ ਨਾ ਹੋਵੇ। ਪ੍ਰੀਮੀਅਰਸ ਇਹ ਕਹਿ ਰਹੇ ਆ ਕਿ ਜਿੰਨਾ ਕੁਝ ਸਾਨੂੰ ਮਿਲ ਰਿਹਾ ਆ ਉਹ ਐਨਫ ਨਹੀਂ ਆ, ਉਹ ਪੂਰਾ ਨਹੀਂ ਆ, ਹੋਰ ਬਹੁਤ ਕੁਝ ਕਰਨ ਦੀ ਲੋੜ ਆ। ਪਰ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕਿਹੜੇ ਨਤੀਜੇ ਨਿਕਲ ਕੇ ਸਾਹਮਣੇ ਆਉਂਦੇ। ਦੂਜੀ ਗੱਲਬਾਤ ਅੱਜ ਦੋਸਤੋ ਬ੍ਰਿਟਿਸ਼ ਕੋਲੰਬੀਆ ਦੀ ਆ। ਬ੍ਰਿਟਿਸ਼ ਕੋਲੰਬੀਆ ਦੀ ਮਿਨਿਸਟਰ ਸਲੀਨਾ ਰੋਬਿਨਸਨ, ਉਹਨਾਂ ਨੇ ਅਨਾਊਂਸ ਕੀਤਾ ਆ ਕਿ ਇੱਕ ਵਾਰੀ ਫੇਰ ਉਹਨਾਂ ਨੂੰ ਕੈਂਸਰ ਡਾਇਗਨੋਜ਼ ਹੋਇਆ। ਰੋਬਿਨਸਨ MLA ਨੇ ਕੁਕਟਲਮ ਮੈਲਡਵਾਈਲ ਤੋਂ, ਤੇ ਇਹ ਮਿਨਿਸਟਰ ਆਫ ਪੋਸਟ ਸੈਕੰਡਰੀ ਐਜੂਕੇਸ਼ਨ ਤੇ ਫਿਊਚਰ ਸਕਿੱਲਸ ਨੇ ਇਸ ਵੇਲੇ ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਕੈਂਸਰ ਦੀ ਇਸ ਬਿਮਾਰੀ ਤੋਂ ਇਹ ਪੀੜਤ ਨੇ। ਥੋੜ੍ਹੇ ਦਿਨ ਪਹਿਲਾਂ ਬੀਤੇ ਸ਼ਨੀਵਾਰ ਜਿਹੜਾ ਕੈਂਸਰ ਵਰਲਡ ਕੈਂਸਰ ਡੇ ਸੈਲੀਬ੍ਰੇਟ ਕੀਤਾ ਗਿਆ, ਉਹਦੇ ਉੱਤੇ ਆਪਾਂ ਗੱਲਬਾਤ ਵੀ ਕੀਤੀ ਸੀ। ਪਹਿਲਾਂ ਵੀ ਇਹਨਾਂ ਨੂੰ ਸਲੀਨਾ ਰੋਬਿਨਸਨ ਨੂੰ ਕੈਂਸਰ ਹੋਇਆ ਸੀ, 2006 ਦੇ ਵਿੱਚ ਡਾਇਗਨੋਜ਼ ਕੀਤਾ ਗਿਆ ਸੀ। ਤੇ ਜਿਹੜਾ ਇੰਟੈਸਟਾਈਨਲ ਕੈਂਸਰ ਆ, ਅੰਤੜੀ ਦਾ ਕੈਂਸਰ ਹੁੰਦਾ, ਉਹਦੀ ਕੋਈ ਬਹੁਤ ਰੇਅਰ ਕਿਸਮ ਆ ਇਹ ਜਿਹਦੇ ਨਾਲ ਇਹ ਪੀੜਤ ਹੋਏ ਆ। ਤੇ ਉਹਨਾਂ ਨੇ ਹੁਣ ਇਹ ਗੱਲਬਾਤ ਮਤਲਬ ਪਬਲਿਕ ਦੇ ਨਾਲ ਵੀ ਸਾਂਝੀ ਕੀਤੀ। ਨਾ ਤਾਂ ਅਹੁਦੇ ਤੋਂ ਹਟ ਰਹੇ ਆ, ਨਾ ਉਹ ਕੁਛ ਹੋਰ ਕਰ ਰਹੇ ਆ, ਪਰ ਉਹਨਾਂ ਨੇ ਕਿਹਾ ਵੀ ਮੈਂ ਇਹ ਗੱਲ ਸਾਂਝੀ ਲੋਕਾਂ ਦੇ ਨਾਲ ਜ਼ਰੂਰ ਕਰਨੀ ਆ। ਡੇਲੀ ਕਹਿੰਦੇ ਜਿਹੜੀ ਕੈਮੋਥੈਰੇਪੀ ਦੀ ਟ੍ਰੀਟਮੈਂਟ ਪਿੱਲ ਆ, ਗੋਲੀ ਆ, ਉਹ ਮਤਲਬ 1.5 ਸਾਲ ਪਹਿਲਾਂ ਤੱਕ ਚੱਲਦੀ ਰਹੀ ਆ। ਤੇ ਉਹ ਕਹਿੰਦੇ ਸਾਨੂੰ ਹੁਣ ਜਿਹੜਾ ਹੈਗਾ ਕਿ ਮੈਨੂੰ ਇਹ ਕਿਹਾ ਗਿਆ ਸੀ ਵੀ ਹੁਣ ਕੈਂਸਰ ਹੈ ਨਹੀਂ ਗਾ ਹੋਰ,
ਤੇ ਪਰ ਜਨਵਰੀ 27 ਨੂੰ CT ਸਕੈਨ ਕੀਤੀ ਗਈ ਇਹਨਾਂ ਦੀ, ਤੇ ਜਿਹੜੇ ਓਨਕੋਲੋਜਿਸਟ ਨੇ, ਜਿਹੜੇ ਕੈਂਸਰ ਦੇ ਮਾਹਰ ਨੇ, ਉਹਨਾਂ ਨੇ ਉਹਨੂੰ ਦੱਸਿਆ ਕਿ ਤੁਹਾਡਾ ਉਹੀ ਕੈਂਸਰ ਜਿਹੜਾ ਪਹਿਲਾਂ ਸੀਗਾ ਉਹ ਵਾਪਸ ਆ ਗਿਆ ਆ। ਤੇ ਜਿਹੜਾ ਮਤਲਬ ਕਈ ਸਾਲ ਪਹਿਲਾਂ ਡਾਇਗਨੋਸ 2006 ਦੇ ਵਿੱਚ ਹੋਇਆ ਸੀ, ਬਾਅਦ 'ਚ ਇਲਾਜ ਹੋਇਆ ਤੇ ਹਟ ਗਿਆ, ਤੇ ਹੁਣ ਉਹ ਕਹਿੰਦੇ ਇਹ ਜਿਹੜਾ ਵਾਪਸ ਆ ਗਿਆ ਆ। ਤੇ ਹੁਣ ਉਹਨਾਂ ਨੇ ਇਹ ਗੱਲਬਾਤ ਦੁਬਾਰਾ ਫਿਰ ਉਹਨਾਂ ਨੂੰ ਆਪਣੀ ਜਿਹੜੀਆਂ ਇਲਾਜ ਤੇ ਇਹੀ ਹੈ ਕਿ ਕੇਮੋਥੈਰੇਪੀ ਦੀਆਂ ਹੁਣ ਗੋਲੀਆਂ ਆਉਂਦੀਆਂ ਨੇ ਕਿ ਬੰਦਾ ਗੋਲੀ ਖਾ ਲੈਂਦਾ ਤੇ ਬਸ ਉਹੀ ਰੂਟੀਨ ਦੇ ਵਿੱਚ ਚੱਲੀ ਜਾਂਦਾ। ਉਹ ਕਹਿੰਦੇ ਮੈਂ ਪਹਿਲਾਂ ਵੀ ਕੀਤਾ ਤੇ ਮੈਂ ਫੇਰ ਵੀ ਕਰੂੰਗੀ, ਤੇ ਮੈਂ ਕੈਮੋਥੈਰੇਪੀ ਦੇ ਉੱਤੇ ਆਪਣੀ ਮਤਲਬ ਹੋ ਸਕਦਾ ਰੈਸਟ ਆਫ ਦਾ ਲਾਈਫ ਨੂੰ ਇਹਦੇ ਉੱਤੇ ਜਾਣਾ ਪਵੇ ਤੇ ਇਹਦੇ ਨਾਲ ਹੀ ਉਹ ਜੀਂਦੇ ਰਹਿ ਸਕਣ। ਤੇ ਦੂਜਾ ਇਹ ਹੈ ਕਿ ਮਤਲਬ ਉਹਨਾਂ ਨੇ ਕਿਹਾ ਵੀ ਮੈਂ ਆਪਣੀ ਪੋਜੀਸ਼ਨ 'ਤੇ ਵੀ ਰਹੂੰਗੀ, ਮੈਂ ਸਟੈਪ ਡਾਊਨ ਨਹੀਂ ਕਰਨਾ ਮਿਨਿਸਟਰ ਆਫ ਪੋਸਟ ਸੈਕੰਡਰੀ ਐਜੂਕੇਸ਼ਨ ਐਂਡ ਫਿਊਚਰ ਸਕਿੱਲਸ ਤੋਂ। ਤੇ ਉਹ ਕਹਿੰਦੇ ਮੈਂ ਬਹੁਤ ਫੋਰਚੂਨੇਟ ਹਾਂ ਕਿ ਇਸ ਕਿਸਮ ਦੀ ਜਿਹੜੀ ਕੈਮੋਥੈਰੇਪੀ ਆ ਉਹ ਟਾਰਗੇਟਿਡ ਕੈਮੋਥੈਰੇਪੀ ਆ ਉਹ ਇੱਥੇ ਅਵੇਲੇਬਲ ਆ, ਤੇ ਜਿਹਦੇ ਨਾਲ ਮੈਂ ਬਿਮਾਰ ਨਹੀਂ ਹੁੰਦੀ ਤੇ ਜਾਂ ਮੇਰੇ ਕੋਲ ਵਾਲ ਨਹੀਂ ਸਿਰ ਤੋਂ ਉੱਡੇ, ਜਿੱਦਾਂ ਆਮ ਤੌਰ ਦੇ ਉੱਤੇ ਜਿਹੜੀ ਟ੍ਰੈਡੀਸ਼ਨਲ ਕੈਂਸਰ ਦੀ ਟ੍ਰੀਟਮੈਂਟ ਹੁੰਦੀ ਸੀ ਉਹਦੇ ਨਾਲ ਇਹ ਸਾਰਾ ਕੁਝ ਹੋਣ ਲੱਗ ਜਾਂਦਾ ਸੀ। ਸੋ ਇਹ ਟ੍ਰੀਟਮੈਂਟ ਦੇ ਨਾਲ ਤੁਸੀਂ ਬਿਮਾਰ ਨਹੀਂ ਹੁੰਦੇ, ਤੁਸੀਂ ਮਤਲਬ ਹੋਰ ਕੋਈ ਤੁਹਾਡੇ ਉੱਤੇ ਬਹੁਤਾ ਸਾਈਡ ਇਫੈਕਟ ਨਹੀਂ ਹੁੰਦਾ, ਤੇ ਤੁਹਾਡਾ ਜੀਵਨ ਆ ਇਸੇ ਤਰ੍ਹਾਂ ਚੱਲਦਾ ਰਹਿੰਦਾ। ਔਰ ਇੱਦਾਂ ਦੀਆਂ ਜਿਹੜੀਆਂ ਐਗਜ਼ਾਮਪਲਸ ਨੇ ਉਹ ਹੌਸਲਾ ਵੀ ਬਹੁਤ ਦਿੰਦੀਆਂ। ਕੈਂਸਰ ਹੋਣਾ ਹੀ ਹੋਣਾ ਆ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੈਜੋਰਿਟੀ ਨੂੰ, ਮਤਲਬ 5 ਦੇ ਵਿੱਚੋਂ 2 ਜਣਿਆਂ ਨੂੰ, 5 ਚੋਂ 2.5 ਜਣਿਆਂ ਨੂੰ ਵੀ ਕਹਿੰਦੇ, ਮਤਲਬ 50% ਨੂੰ ਜਿੰਨੇ ਵੀ ਹੈਗੇ ਅੱਧਿਆਂ ਨੂੰ ਕੈਂਸਰ ਲਾਈਫ ਟਾਈਮ ਦੇ ਵਿੱਚ ਇੱਕ ਵਾਰੀ ਪਤਾ ਲੱਗਣਾ ਹੀ ਆ। ਤੇ ਪਹਿਲਾਂ ਕੈਂਸਰ ਜਿੰਨੀ ਨਾਮਰਾਦ ਬਿਮਾਰੀ ਸੀ, ਹੁਣ ਇਹਦਾ ਇਲਾਜ ਵੀ ਆ, ਸਰਵਾਈਵਲ ਰੇਟ ਕਈ ਕੈਂਸਰ 'ਚ ਤੇ 100% ਸਰਵਾਈਵਲ ਰੇਟ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀ ਹੁਣ ਟਾਰਗੇਟਿਡ ਕੈਮੋਥੈਰੇਪੀਜ਼ ਆ ਰਹੀਆਂ ਆ, ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈ ਰਿਹਾ ਲੋਕਾਂ ਨੂੰ ਕਿ ਉਹ ਨੋਰਮਲ ਲਾਈਫ ਆਪਣੀ ਬਾਕੀ ਰਹਿੰਦੀ ਪੂਰੀ ਦੀ ਪੂਰੀ ਇਹਦੇ ਨਾਲ ਕੱਢ ਦਿੰਦੇ ਆ। ਤੇ ਸਲੀਨਾ ਰੋਬਿਨਸਨ ਸਾਡੇ ਮਿਨਿਸਟਰ, ਉਹਨਾਂ ਦਾ ਪਹਿਲਾਂ ਕੈਂਸਰ ਤੋਂ ਸਰਵਾਈਵ ਹੋਣਾ ਤੇ ਹੁਣ ਇਹਦੇ ਨਾਲ ਲੜਨਾ ਜਿਹੜਾ ਆ, ਇਸ ਗੱਲ ਦੀ ਉਦਾਹਰਨ ਆ ਕਿ ਮਾਨਸਿਕ ਰੂਪ ਦੇ ਵਿੱਚ ਉਹ ਕਿੰਨੇ ਤਕੜੇ ਆ। ਤੁਹਾਨੂੰ ਯਾਦ ਹੋਊਗਾ ਜਿਹੜੇ ਸਾਡੇ ਜਿਹੜੇ ਪ੍ਰੀਮੀਅਰ ਸੀਗੇ ਪਹਿਲੇ, ਉਹ ਵੀ ਇਸ ਚੀਜ਼ ਤੋਂ ਪੀੜਤ ਸਨ। ਤੇ ਜਿੱਦਾਂ ਜਿੱਦਾਂ ਕੈਂਸਰ ਆ ਉਹ ਕਾਫੀ ਜ਼ਿਆਦਾ ਇਸ ਵੇਲੇ ਦੁਨੀਆ ਦੇ ਵਿੱਚ ਹੀ ਵੱਧ ਰਿਹਾ ਹੈ। ਟ੍ਰੀਟਮੈਂਟ ਦੇ ਕੁਝ ਸਾਈਡ ਇਫੈਕਟ ਹੈਗੇ ਵੀ ਆ, ਤੇ ਹੋ ਸਕਦਾ ਉਹ ਕਹਿੰਦੇ ਵੀ ਮੈਨੂੰ ਜਿਹੜੀ ਮੈਰਾਥਨ ਰਨ ਕਰਦੇ ਉਹ ਨਾ ਕਰਨਾ ਪਵੇ। ਜਿਹੜੇ ਉਹਨਾਂ ਦੇ ਨਾਲ ਦੇ ਨੇ ਫੈਲੋ MLAs ਨੇ, ਪੋਲੀਟੀਸ਼ੀਅਨਸ ਨੇ, ਉਹਨਾਂ ਨੇ ਮਤਲਬ ਜਿਹੜੀਆਂ ਉਹਨਾਂ ਨੂੰ ਵਿਸ਼ੇਸ ਭੇਜੀਆਂ ਰੋਬਿਨਸਨ ਨੂੰ, BC ਦੇ ਪ੍ਰੀਮੀਅਰ ਡੇਵਿਡ ਈਬੀ। ਉਹਨਾਂ ਨੇ ਕਿਹਾ ਕਿ ਇਹ ਇੱਕ ਮਤਲਬ ਟਫੈਸਟ ਪੀਪਲ ਨੇ ਜਿਨ੍ਹਾਂ ਨੂੰ ਉਹ ਕਹਿੰਦੇ ਮੈਂ ਅੱਜ ਤੱਕ ਜਾਣਦਾ। ਟਵੀਟ ਕੀਤਾ ਕਿ ਜਿੰਨੇ ਚੈਲੰਜਸ ਇਹਨਾਂ ਨੂੰ ਮਿਲਦੇ ਆ ਉਹਨਾਂ ਨੂੰ ਕਿੰਨੇ ਚੰਗੀ ਤਰ੍ਹਾਂ ਇਹ ਫੇਸ ਕਰਦੇ ਆ। ਉਹਨਾਂ ਨੇ ਬਹੁਤ ਜ਼ਿਆਦਾ ਸਿਫਤ ਕੀਤੀ ਇਹਨਾਂ ਦੀ। ਮੇਪਲ ਰਿਜ ਤੇ ਪਟਮੀਡੋ ਤੋਂ MLA ਨੇ ਲੀਜ਼ਾ ਬੇਰ, ਉਹਨਾਂ ਨੇ ਟਵੀਟ ਕੀਤਾ ਸਲੀਨਾ ਰੋਬਿਨਸਨ ਦੇ ਲਈ ਕਿ ਜਿਹੜਾ ਬੰਦਾ ਜਿਹੜਾ ਕਿ ਔਰਤ ਇਹ ਜਿਹੜੀ ਜਿੰਨੇ ਜ਼ਬਰਦਸਤ ਤਰੀਕੇ ਦੇ ਨਾਲ ਮਤਲਬ ਕੈਂਸਰ ਨੂੰ ਮਤਲਬ ਲੱਤ ਮਾਰ ਕੇ ਪਰੇ ਕਰ ਸਕਦੇ ਆ। PSR ਸਾਊਥ ਤੋਂ MLA ਨੇ ਮਾਈਕ ਬ੍ਰੈਨੀਅਰ, ਉਹਨਾਂ ਨੇ ਵੀ ਰੋਬਿਨਸਨ ਨੂੰ ਕਿਹਾ ਸੀ ਕਿ ਰੌਕ ਐਂਡ ਗ੍ਰੇਟ ਐਗਜ਼ਾਮਪਲ ਆਫ ਅ ਸਟਰੋਂਗ MLA। ਮਤਲਬ ਸਾਰੇ ਲੋਕ ਹੀ ਇਸ ਗੱਲ ਦੀ ਸਿਫਤ ਕਰ ਰਹੇ ਆ। ਜਿਹੜੇ BC ਲਿਬਰਲ ਦੇ ਲੀਡਰ ਨੇ ਆਪਣੇ ਵੈਨਕੂਵਰ ਤੋਂ MLA ਕੈਵਨ ਫਾਲਕਨ, ਉਹਨਾਂ ਨੇ ਵੀ ਇਸ ਗੱਲ ਦੇ ਲਈ ਧੰਨਵਾਦ ਕੀਤਾ ਸਲੀਨਾ ਰੋਬਿਨਸਨ ਦਾ ਕਿ ਤੁਸੀਂ ਆਪਣੀ ਖਬਰ ਸਾਡੇ ਨਾਲ ਸ਼ੇਅਰ ਕੀਤੀ ਹੈ ਲੈਜਿਸਲੇਚਰ ਦੇ ਨਾਲ। ਤੇ ਉਹ ਕਹਿੰਦੇ ਵੀ ਜਿੱਦਾਂ ਤੁਸੀਂ ਪਹਿਲਾਂ ਕੈਂਸਰ ਨੂੰ ਮਾਤ ਦਿੱਤੀ ਹੈ, ਇਸ ਵਾਰੀ ਵੀ ਮਾਤ ਦਿਓਗੇ, ਸਾਨੂੰ ਇਸ ਗੱਲ ਦਾ ਯਕੀਨ ਆ। ਸਲੀਨਾ ਰੋਬਿਨਸਨ ਦਾ ਜਨਮ 1964 ਦੇ ਵਿੱਚ ਉੱਥੇ ਹੋਇਆ ਸੀ। ਇਹਨਾਂ ਦਾ ਜਿਹੜਾ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੌਂਟਰੀਅਲ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ, ਤੇ ਉਸ ਤੋਂ ਬਾਅਦ ਇਹ ਇੱਥੇ ਮੂਵ ਕਰ ਗਏ ਸੀਗੇ। 2013 ਦੇ ਵਿੱਚ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਆਏ। ਇਹਨਾਂ ਨੇ ਇਲੈਕਟੋਰਲ ਡਿਸਟ੍ਰਿਕਟ ਦਾ ਕੋਕਟਲਮ ਮੇਲਡ ਵਿਲਾ ਉਹਨੂੰ ਰਿਪਰੈਜ਼ੈਂਟ ਕੀਤਾ ਸੀ BC NDP ਵੱਲੋਂ। ਤੇ ਇਹਨਾਂ ਨੇ ਕੈਬਨਿਟ ਦੇ ਵਿੱਚ BC ਦੇ ਵਿੱਚ 2017 ਦੇ ਵਿੱਚ ਸਰਵ ਕੀਤਾ। ਮਿਨਿਸਟਰ ਹੁਣ ਜਿਹੜਾ ਕਰ ਰਿਹਾ ਇਸ ਵੇਲੇ ਮਿਨਿਸਟਰ ਆਫ ਪੋਸਟ ਸੈਕੰਡਰੀ ਐਜੂਕੇਸ਼ਨ ਐਂਡ ਫਿਊਚਰ ਸਕਿੱਲਸ। ਮੌਂਟਰੀਅਲ ਦੇ ਵਿੱਚ ਜਨਮ ਹੋਇਆ। ਇੱਧਰਲੇ ਪਾਸੇ ਬਾਅਦ 'ਚ ਰਿਚਮੰਡ ਦੇ ਵਿੱਚ ਮੂਵ ਕਰਕੇ ਸੀ ਇਹ 1978 ਦੇ ਵਿੱਚ। ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ ਕਾਉਂਸਲਿੰਗ ਸਾਈਕੋਲੋਜੀ ਦੇ ਵਿੱਚ, ਤੇ ਬਾਅਦ ਦੇ ਵਿੱਚ ਇਹਨਾਂ ਨੇ ਜੂਇਸ਼ ਫੈਮਿਲੀ ਸਰਵਿਸ ਏਜੰਸੀ ਨੂੰ ਜੁਆਇਨ ਕਰ ਲਿਆ ਸੀ, ਤੇ ਉੱਥੇ ਫਿਰ ਐਸੋਸੀਏਟ ਐਗਜ਼ੀਕਿਊਟਿਵ ਡਾਇਰੈਕਟਰ ਉਹਦੇ ਬਣ ਗਏ ਸੀ। ਕੋਕਟਲਮ ਦੇ ਵਿੱਚ ਰਹਿੰਦੇ ਆ ਇਹ 1994 ਤੋਂ ਲੈ ਕੇ, ਤੇ ਉੱਥੇ ਹੀ ਫੈਮਿਲੀ ਥੈਰੇਪਿਸਟ ਵਜੋਂ ਕੰਮ ਕੀਤਾ। ਪੋਲੀਟਿਕਸ ਵਿੱਚ ਇਹ ਆਏ ਆ ਮੈਂਬਰ ਆਫ ਕੋਕਟਲਮ ਸਿਟੀ ਕੌਂਸਲ ਦੇ ਵਜੋਂ। ਇਹ ਗੱਲ ਸਤੰਬਰ 2012 ਦੀ ਹੈ, ਤੇ 2012 ਦੇ ਵਿੱਚ ਇਹਨਾਂ ਨੇ ਅਨਾਊਂਸ ਕਰ ਦਿੱਤਾ ਸੀ ਕਿ ਇਹ BC NDP ਦੇ ਲਈ ਨੋਮੀਨੇਸ਼ਨ ਲੜਨਾ ਚਾਹੁੰਦੇ ਆ। ਕੋਕਟਲਮ ਵਾਲੇ ਇਸ ਹਲਕੇ ਤੋਂ ਜਿੱਥੇ ਹੁਣ MLA ਬਣੇ ਆ ਅਗਲੀ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ, ਤੇ BC NDP ਨੇ ਇਹਨਾਂ ਨੂੰ ਆਪਣਾ ਕੈਂਡੀਡੇਟ ਬਣਾ ਲਿਆ ਸੀ। ਬਾਅਦ ਦੇ ਵਿੱਚ ਇਹ ਜਿੱਤ ਗਏ ਸੀਗੇ। ਤੇ ਜਿਹੜਾ ਇਹਦੇ ਤੋਂ ਬਾਅਦ ਜਿਹੜਾ ਇਹਨਾਂ ਨੇ ਫਿਰ ਕਾਫੀ ਇਹ ਵੀ ਜਿਹੜੀ ਰਾਈਡਿੰਗ ਸੀਗੀ ਕਾਫੀ ਰੌਲੇ ਵਾਲੀ ਰਾਈਡਿੰਗ ਰਹੀ ਸੀਗੀ। ਇਹਨਾਂ ਦੀ ਜਿੱਤ 41 ਵੋਟਾਂ ਦੇ ਫਰਕ ਨਾਲ ਜਿੱਤੀ ਸੀ ਸਲੀਨਾ ਰੋਬਿਨਸਨ ਵਾਲੀ,
ਜਿਹੜੀ ਇਹ ਰਾਈਡਿੰਗ ਸੀ ਇਸ ਕਰਕੇ ਵੀ ਚਰਚਾ ਦੇ ਵਿੱਚ ਸੀਗੀ। ਕ੍ਰਿਟਿਕ ਵਜੋਂ ਕੰਮ ਕੀਤਾ ਉਹਨਾਂ ਨੇ ਮੈਂਟਲ ਹੈਲਥ ਐਂਡ ਐਡਿਕਸ਼ਨ ਤੇ ਸੀਨੀਅਰ ਲੋਕਲ ਗਵਰਨਮੈਂਟ ਦੇ ਵਿੱਚ 17 ਦੇ ਵਿੱਚ ਫਿਰ ਪ੍ਰੋਵਿੰਸ਼ੀਅਲ ਇਲੈਕਸ਼ਨ ਹੋਈ ਸੀ। ਇੱਕ ਵਾਰੀ ਫਿਰ ਇਹਨਾਂ ਨੇ ਉਹ ਸਟੀਵ ਕਿਮ ਜਿਹਦੇ ਨਾਲ ਪਹਿਲਾ ਮੁਕਾਬਲਾ ਹੋਇਆ ਸੀ ਤੇ 41 ਵੋਟਾਂ ਨਾਲ ਜਿੱਤੇ ਸੀ, ਇਸ ਕਰੀਏ 2400 ਵੋਟਾਂ ਨਾਲ ਜਿੱਤ ਗਏ ਸੀ ਤੇ ਇਹਨਾਂ ਨੂੰ ਫਿਰ ਮਿਨਿਸਟਰ ਆਫ ਮਿਊਨਿਸਪਲ ਅਫੇਅਰਸ ਤੇ ਹਾਊਸਿੰਗ ਨਵੀਂ ਜਿਹੜੀ BCNDP ਦੀ ਕੈਬਨਿਟ ਸੀ ਉਹਦੇ ਵਿੱਚ ਬਣਾਇਆ ਗਿਆ ਸੀ ਪ੍ਰੀਮੀਅਰ ਜੌਨ ਹੌਰਕਨ ਦੀ ਲੀਡਰਸ਼ਿਪ ਥੱਲੇ। ਤੇ ਉਹਦੇ ਤੋਂ ਬਾਅਦ ਫਿਰ ਜਦੋਂ ਜਿਨੀ ਸਿਮਸ ਨੇ ਰਿਜ਼ਾਈਨ ਕਰ ਦਿੱਤਾ ਸੀ ਕੈਬਨਿਟ ਤੋਂ ਅਕਤੂਬਰ 2019 ਦੇ ਵਿੱਚ ਤੇ ਸਲੀਨਾ ਰੋਬਿਨਸਨ ਨੂੰ ਮਿਨਿਸਟਰ ਆਫ ਸਿਟੀਜ਼ਨ ਸਰਵਿਸਿਜ਼ ਦਿੱਤਾ ਗਿਆ ਸੀ। ਇਹ ਮਤਲਬ ਹੁਣ ਇਹਨਾਂ ਦਾ ਇਸ ਤਰੀਕ 20 ਫਿਰ ਇਲੈਕਸ਼ਨ ਹੋਈ ਸੀ ਤੇ ਫਿਰ ਇਹ ਹੁਣ ਆਪਣੇ ਅਹੁਦੇ 'ਤੇ ਕੰਮ ਕਰ ਰਿਹਾ। ਇਹਨਾਂ ਨੇ ਇਹ ਗੱਲ ਜਿਹੜੀ ਅੱਜ ਆਪਣੀ ਲੋਕਾਂ ਦੇ ਨਾਲ ਸਾਂਝੀ ਕੀਤੀ ਆ ਤੇ ਸਾਰੇ ਲੋਕਾਂ ਨੇ ਇਹਨਾਂ ਨੂੰ ਜਿਹੜੀਆਂ ਸ਼ੁਭ ਕਾਮਨਾਵਾਂ ਤੇ ਇਹਨਾਂ ਦੀ ਚੰਗੀ ਸਿਹਤ ਦੇ ਲਈ ਜਿਹੜੀ ਦੁਆ ਅਰਦਾਸ ਕੀਤੀ ਹੈ। ਅਗਲੀ ਗੱਲਬਾਤ ਦੋਸਤੋ ਬ੍ਰਿਟਿਸ਼ ਕੋਲੰਬੀਆ ਦੇ ਨਾਲ ਸੰਬੰਧਿਤ ਹੈ। ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਜਿਹੜਾ ਨੈਸ਼ਨਲ ਡੇ ਫਾਰ ਟਰੁਥ ਐਂਡ ਰੀਕਨਸੀਲੀਏਸ਼ਨ ਆ ਉਹਨੂੰ ਪ੍ਰੋਵਿੰਸ਼ੀਅਲ ਸਟੇਟ ਡੇ ਆਫ ਵਜੋਂ ਡਿਕਲੇਅਰ ਕਰਨ ਦੀ ਗੱਲਬਾਤ ਸ਼ੁਰੂ ਕੀਤੀ ਹੈ ਔਰ ਇਹਨੂੰ ਕੁਦਰਤੀ ਤੌਰ ਦੇ ਉੱਤੇ ਇਹ ਚੀਜ਼ ਪਾਸ ਹੋ ਜਾਣੀ ਆ। ਇਹਨਾਂ ਨੇ ਇੱਕ ਬਿੱਲ ਕੱਲ੍ਹ ਮੰਗਲਵਾਰ ਨੂੰ ਇੰਟਰੋਡਿਊਸ ਕੀਤਾ ਕਿ ਸਤੰਬਰ 30 ਨੂੰ ਸਟੈਟਰੀ ਹੌਲੀਡੇ ਜਿਹੜਾ ਕਿਹਾ ਜਾਵੇ। ਜਿਹੜੀ ਇਹਨਾਂ ਦੀ 4 ਹੋਰ ਪ੍ਰੋਵਿੰਸ ਤੇ ਟੈਰੀਟਰੀਜ਼ ਨੇ ਹੈਗੇ ਨੇ ਕੈਨੇਡਾ ਦੇ ਵਿੱਚ ਪ੍ਰਿੰਸ ਐਡਵਰਡ ਆਈਲੈਂਡ, ਨੁਨਾਵਟ, ਯੂਕੋਨ ਤੇ ਨਾਰਥ ਵੈਸਟ ਟੈਰੀਟਰੀਜ਼ ਦੇ ਨਾਲ ਜਿਨ੍ਹਾਂ ਨੇ ਪਹਿਲਾਂ ਹੀ ਇਸ ਦਿਨ ਨੂੰ ਸਟੇਟ ਡਿਕਲੇਅਰ ਕੀਤਾ। ਸੋ ਜਿਹੜਾ ਕੋਚਨ ਨੇਸ਼ਨ ਮੈਂਬਰ ਨੇ ਐਡੀ ਚਾਰਲੀ ਤੇ ਕੂਪਰ ਆਈਲੈਂਡ ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰ ਤੇ ਵਿਕਟੋਰੀਆ ਔਰੰਜ ਸ਼ਰਟ ਡੇ ਆਰਗੇਨਾਈਜ਼ਰ ਉਹਨਾਂ ਨੇ ਕਿਹਾ ਕਿ ਜਿਹੜੇ ਫੈਲੋ ਆਰਗੇਨਾਈਜ਼ਰ ਨੇ ਇਹਨਾਂ ਦੇ ਉਹ ਇਸ ਦਿਨ ਨੂੰ ਜਿਹੜਾ ਛੁੱਟੀ ਕਰਨਾ ਚਾਹੁੰਦੇ ਆ ਤਾਂ ਕਿ ਟਰੁਥ ਐਂਡ ਰੀਕਨਸੀਲੀਏਸ਼ਨ ਡੇ ਜਿਹੜਾ ਫੈਡਰਲ ਸਰਕਾਰ ਨੇ ਅਨਾਊਂਸ ਕੀਤਾ ਸੀ ਉਸ ਦਿਨ ਜਿਹੜਾ ਜ਼ਿਆਦਾ ਇਹਨਾਂ ਜਿਹੜੇ ਲੋਕ ਇਹ ਸਰਵਾਈਵਰਸ ਨੇ ਭਾਵੇਂ ਇਹਨਾਂ ਸਕੂਲਾਂ ਦੇ ਜਿਹੜੇ ਰੈਜ਼ੀਡੈਂਸ਼ੀਅਲ ਸਕੂਲ ਸੀਗੇ ਜਾਂ ਜਿਹੜੇ ਮੂਲ ਨਿਵਾਸੀ ਨੇ ਉਹਨਾਂ ਦੇ ਨਾਲ ਸੰਬੰਧਿਤ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਉਹ ਕੀਤੀਆਂ ਜਾ ਸਕਣ। ਉਹ ਕਹਿੰਦੇ ਵੀ ਉਸ ਵਿਅਕਤੀ ਨੇ ਵੀ ਇਹ ਗੱਲ ਕਹੀ ਹੈ ਕਿ ਅੱਜ 50 ਸਾਲ ਪਹਿਲਾਂ ਜਦੋਂ ਮੈਂ ਰੈਜ਼ੀਡੈਂਸ਼ੀਅਲ ਸਕੂਲ ਛੱਡਿਆ ਸੀ ਤੇ ਮੈਂ ਹਜੇ ਵੀ ਉਹ ਕਹਿੰਦੇ ਇਸੇ ਤਰੀਕੇ ਨਾਲ ਜਾਗਦਾ ਕਿ ਜੋ ਕੁਛ ਮੇਰੇ ਨਾਲ ਬਚਪਨ ਦੇ ਵਿੱਚ ਹੋਇਆ ਸੀ। ਹਜ਼ਾਰਾਂ ਹੀ ਲੋਕ ਜਿਹੜੇ ਸੀਗੇ ਉਹ ਐਸੇ ਤਰ੍ਹਾਂ ਹੀ ਉਹਨਾਂ ਦੇ ਨਾਲ ਕਹਿੰਦੇ ਸਾਰਾ ਤਸ਼ੱਦਦ ਕੀਤਾ ਗਿਆ। ਚਾਰਲੀ ਇਹ ਕਹਿੰਦੇ ਆ ਕਿ ਸਤੰਬਰ 30 ਜਿਹਨੂੰ ਕਿ ਔਰੰਜ ਸ਼ਰਟ ਡੇ ਵਜੋਂ ਵੀ ਜਾਣਿਆ ਜਾਂਦਾ, ਆਪਾਂ ਜਾਣਦੇ ਹਾਂ ਕਿ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਸਰਵਾਈਵਰਸ ਨੂੰ ਔਨਰ ਕਰਨ ਦੇ ਲਈ ਇਹ ਦਿਨ ਮਨਾਇਆ ਜਾਂਦਾ। ਇੱਕ ਮਤਲਬ ਮੀਨਿੰਗਫੁਲ ਕਨਵਰਜ਼ੇਸ਼ਨ ਹੋਊਗੀ ਇਸ ਦਿਨ ਦੇ ਉੱਤੇ। ਇਹ ਸਾਡੀ ਸਾਰਿਆਂ ਦੀ ਰਿਸਪੌਂਸੀਬਿਲਿਟੀ ਆ ਕਿ ਉਸ ਦਿਨ ਇਹਨਾਂ ਨੂੰ ਲੋਕ ਔਰੰਜ ਸ਼ਰਟ ਪਾ ਕੇ ਆਉਂਦੇ ਆ 30 ਸਤੰਬਰ ਨੂੰ ਤੇ ਉਸ ਦਿਨ ਜਦੋਂ ਸਟੇਟ ਹੌਲੀਡੇ ਹੋਊਗੀ ਤਾਂ ਹੋਰ ਵੀ ਉਸ ਦਿਨ ਦਾ ਮਹੱਤਵ ਵੱਧ ਜਾਂਦਾ। ਸੋ ਉਸ ਪਾਸੇ ਨੂੰ ਇਸ ਵੇਲੇ BCNDP ਯਤਨ ਕਰ ਰਹੀ ਹੈ ਜਿਹੜੇ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਹੋਣਗੇ। ਔਰੰਜ ਸ਼ਰਟ ਡੇ ਦੇ ਫਾਊਂਡਰ ਜਿਹੜੇ ਨੇ ਐਕਸਕਮ ਫਸਟ ਨੇਸ਼ਨ ਮੈਂਬਰ ਫਿਲ ਵੈਬਸਟਰ ਉਹਨਾਂ ਨੇ ਵੀ ਆਪਣੇ ਬਚਪਨ ਬਾਰੇ ਗੱਲਬਾਤ ਕੀਤੀ ਹੈ ਕਿ ਕਿੱਦਾਂ ਉਹਨਾਂ ਨੇ ਇੱਕ ਦਿਨ ਔਰੰਜ ਸ਼ਰਟ ਪਾ ਕੇ ਸਕੂਲ ਦੇ ਵਿੱਚ ਗਏ ਸੀ ਸੇਂਟ ਜੋਸਫਸ ਰੈਜ਼ੀਡੈਂਸ਼ੀਅਲ ਸਕੂਲ ਵਿਲੀਅਮ ਲੇਕਸ ਦੇ ਵਿੱਚ ਤੇ ਕਿੱਦਾਂ ਉਹਨਾਂ ਦੇ ਟੀਚਰ ਨੇ ਉਹ ਸ਼ਰਟ ਨੂੰ ਕਿਹਾ ਸੀ ਤੇ ਫਿਰ ਉਸੇ ਦਿਨ ਤੋਂ ਉਹਨਾਂ ਨੇ ਫੈਸਲਾ ਕੀਤਾ ਸੀ ਜਾਂ ਉਸ ਦਿਨ ਤੋਂ ਬਾਅਦ ਉਸੇ ਦਿਨ ਨੂੰ ਯਾਦ ਕਰਨ ਦੇ ਲਈ ਫਿਰ ਉਹਨਾਂ ਨੇ ਇਹ ਔਰੰਜ ਸ਼ਰਟ ਸਾਰੇ ਲੋਕ ਪਾ ਕੇ ਉਸ ਦਿਨ ਨੂੰ ਉਹਨਾਂ ਨੂੰ ਯਾਦ ਕਰਦੇ ਆ ਤੇ ਉਸ ਦਿਨ ਨੂੰ ਜਿਹੜਾ ਟਰੁਥ ਐਂਡ ਰੀਕਨਸੀਲੀਏਸ਼ਨ ਡੇ ਆ 30 ਸਤੰਬਰ ਦਾ ਉਹਨੂੰ ਯਾਦ ਕਰਦੇ ਆ। ਸੋ ਅੱਜ ਜਿਹੜਾ BC ਦੇ ਵਿੱਚ ਹੁਣ ਕਿ ਉਹ ਸੱਚਾਈ ਜਿਹੜੀ ਆ ਉਹ ਸਾਰੇ ਇੰਡੀਜੀਨੀਅਸ ਲੋਕਾਂ ਦੀ ਉਹ ਵੀ ਸਾਹਮਣੇ ਆਵੇ ਕਿ ਇਸ ਤਰ੍ਹਾਂ ਜਿਹੜਾ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਕੰਮ ਕਰਦਾ ਸੀ ਕਿਸ ਤਰ੍ਹਾਂ ਇਹਨੇ ਨੁਕਸਾਨ ਕੀਤਾ ਇਹਨਾਂ ਲੋਕਾਂ ਦਾ, ਉਹ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾਣ ਤੇ ਉਹਨਾਂ ਨੂੰ ਉਹਨਾਂ ਦੇ ਔਨਰ ਦੇ ਵਿੱਚ ਜਿਹੜੀ ਆ 30 ਸਤੰਬਰ ਨੂੰ ਸਟੇਟ ਹੌਲੀਡੇ BC ਦੇ ਵਿੱਚ ਕਰਨ ਦੀ ਗੱਲਬਾਤ ਚੱਲ ਰਹੀ ਹੈ। ਅੱਜ ਇੱਕ ਖਬਰ ਬਹੁਤ ਚਰਚਾ ਦੇ ਵਿੱਚ ਆ। ਅੱਜ ਇਸ ਗੱਲ ਦੇ ਉੱਤੇ ਬਹੁਤ ਚਰਚਾ ਹੋ ਰਹੀ ਆ ਕਿ ਡੈਨੀਅਲ ਸਮਿਥ ਤੇ ਜਸਟਿਨ ਟਰੂਡੋ ਦਾ ਜਿਹੜਾ ਹੱਥ ਮਿਲਾਉਣਾ ਸੀ ਇੱਕ ਦੂਜੇ ਨੂੰ ਉਹਨੂੰ ਲੈ ਕੇ ਕੈਨੇਡਾ ਦੀਆਂ ਲਗਭਗ ਸਾਰੀਆਂ ਅਖਬਾਰਾਂ ਨੇ ਇਹਦੇ ਉੱਤੇ ਚਰਚਾ ਕੀਤੀ ਹੈ। ਡੈਨੀਅਲ ਸਮਿਥ ਅਲਬਰਟਾ ਦੀ ਪ੍ਰੀਮੀਅਰ ਆ ਤੇ ਜਸਟਿਨ ਟਰੂਡੋ ਸਾਡੇ ਪ੍ਰਧਾਨ ਮੰਤਰੀ ਨੇ। ਸਾਰੇ ਪ੍ਰੋਵਿੰਸਿਸ ਦੇ ਪ੍ਰੀਮੀਅਰਸ ਦੇ ਨਾਲ ਇਹਨਾਂ ਦੀ ਮੀਟਿੰਗ ਚੱਲ ਰਹੀ ਸੀ ਹੈਲਥ ਸਿਸਟਮ ਦੇ ਉੱਤੇ ਲੈ ਕੇ, ਜਿੱਥੇ ਬਹੁਤ ਵੱਡੀ ਫੰਡਿੰਗ ਦਾ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ। ਉੱਥੇ ਉਹ ਸਾਰਿਆਂ ਦੇ ਨਾਲ ਮਿਲ ਰਹੇ ਸੀ ਤੇ ਉਸ ਮਿਲਣ ਦੇ ਦੌਰਾਨ ਡੈਨੀਅਲ ਸਮਿਥ ਦਾ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਹੱਥ ਮਿਲਾਉਣਾ ਤੇ ਹੱਥ ਬੜੇ ਅਜੀਬ ਤਰੀਕੇ ਨਾਲ ਮਿਲਾਉਣਾ
ਇਹ ਅੱਜ ਅਖਬਾਰਾਂ ਦੇ ਵਿੱਚ ਸੁਰਖੀ ਬਣ ਕੇ ਸਾਹਮਣੇ ਆਇਆ। ਉਸ ਹੱਥ ਮਿਲਾਉਣ ਦਾ ਮਤਲਬ ਇਹ ਆ, ਅਸਲ ਦੇ ਵਿੱਚ ਕਿਹਾ ਜਾ ਰਿਹਾ ਵੀ ਉਹ ਜਿਹੜਾ ਟਰਸਟ ਨਹੀਂ ਕਰਦੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਉੱਤੇ, ਤੇ ਇਸ ਕਿਸਮ ਦੇ ਉਹਦੇ ਜਿਹੜੇ ਸਾਡੇ ਬਾਡੀ ਲੈਂਗੁਏਜ ਐਕਸਪਰਟ ਨੇ ਉਹ ਗੱਲਾਂ ਬਾਤਾਂ ਦੱਸ ਰਹੇ ਆ। ਇਹ ਜੇ ਹੱਥ ਮਿਲਾਉਣ ਦੀ ਵੀਡੀਓ ਜੇ ਤੁਸੀਂ ਦੇਖੀ ਹੋਵੇ ਤਾਂ ਇਹਦੇ ਵਿੱਚ ਉਹਨਾਂ ਨੇ ਪਹਿਲਾਂ ਜਸਟਿਨ ਟਰੂਡੋ ਸਾਡੇ ਹੱਥ ਕੱਢਦੇ ਆ ਅੱਗੇ ਨੂੰ, ਤੇ ਡੈਨੀਅਲ ਸਮਿਥ ਨੇ ਪਹਿਲਾਂ ਹੱਥ ਥੋੜ੍ਹਾ ਜਿਹਾ ਚੱਕਿਆ, ਫਿਰ ਪਿੱਛੇ ਨੂੰ ਕੀਤਾ, ਤੇ ਫਿਰ ਜਸਟਿਨ ਟਰੂਡੋ ਨੂੰ ਇੱਕ ਤਰ੍ਹਾਂ ਦੇ ਨਾਲ ਉਹਨਾਂ ਦਾ ਹੱਥ ਥੱਲਿਓਂ ਫੜ ਕੇ ਤੇ ਉਹਦੇ ਉੱਤੇ ਅੰਗੂਠਾ ਰੱਖ ਕੇ ਉਹਨੂੰ ਥੋੜ੍ਹਾ ਜਿਹਾ ਉੱਚਾ ਕਰਕੇ ਰੱਖਣਾ ਪਿਆ, ਵੀ ਜਿਵੇਂ ਜ਼ਬਰਦਸਤੀ ਉਹਨਾਂ ਦੇ ਨਾਲ ਹੱਥ ਮਿਲਾਇਆ ਹੋਵੇ। ਇਹ ਹੁਣ ਕਈ ਕੁਛ ਗੱਲਾਂ ਇਹ ਦੱਸਦਾ। ਸਮਿਥ ਤੇ ਟਰੂਡੋ ਬਹੁਤ ਬਰੀਫਲੀ ਕੱਲ੍ਹ ਮੰਗਲਵਾਰ ਨੂੰ ਮਿਲੇ ਸੀਗੇ, ਦੂਜੇ ਪ੍ਰੀਮੀਅਰ ਵਾਂਗੂ ਹੈਲਥ ਕੇਅਰ ਸਿਸਟਮ ਦੇ ਉੱਤੇ ਇੱਕ ਦੂਜੇ ਦੇ ਨਾਲ, ਖਾਸ ਕਰ ਹੈਲਥ ਕੇਅਰ ਫੰਡਿੰਗ ਦੇ ਉੱਤੇ ਇੱਕ ਦੂਜੇ ਦੇ ਨਾਲ ਗੱਲਬਾਤ ਕਰਨ ਦੇ ਲਈ ਜਦੋਂ ਜਸਟਿਨ ਟਰੂਡੋ ਉਹਨਾਂ ਦੇ ਹੱਥ ਮਿਲਾਉਣ ਦੇ ਲਈ ਥੱਲੇ ਆਉਂਦੇ ਆ, ਤੇ ਉਹ ਜਿਹੜੇ ਡੈਨੀਅਲ ਸਮਿਥ ਨੇ ਬੜੇ ਮਤਲਬ ਹੈਜ਼ੀਟੇਟ ਕਰਕੇ ਹੱਥ ਅੱਗੇ ਨੂੰ ਕਰਦੇ ਆ, ਤੇ ਉਹਨਾਂ ਦੀ ਜਿਹੜੀ ਦੇਖਣ ਵਾਲੀ ਗੱਲ ਇਹ ਆ ਕਿ ਜਿਹੜਾ ਪੰਜਾ ਆ, ਜਿਹੜਾ ਤਲੀ ਹੈ ਹੱਥ ਦੀ, ਉਹ ਥੱਲੇ ਨੂੰ ਆ, ਤੇ ਜਸਟਿਨ ਟਰੂਡੋ ਨੇ ਉਹਨਾਂ ਨੂੰ ਜਿਹੜਾ ਫੜ ਕੇ ਹੋਲਡ ਕੀਤਾ ਆ, ਤੇ ਉਹਨੂੰ ਮਤਲਬ ਆਪਣਾ ਅੰਗੂਠਾ ਹੱਥ ਦੇ ਉੱਤੇ ਰੱਖ ਕੇ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਰੋਕਣਾ ਪਿਆ। ਜਿਹੜੇ ਬਾਡੀ ਲੈਂਗੁਏਜ ਤੇ ਜਿਹੜੇ ਹਿਊਮਨ ਬਿਹੇਵੀਅਰ ਦੇ ਐਕਸਪਰਟ ਨੇ ਉਹ ਇਹ ਸੁਜੈਸਟ ਕਰ ਰਹੇ ਆ ਕਿ ਡੈਨੀਅਲ ਸਮਿਥ ਇਸ ਮੀਟਿੰਗ ਦੇ ਵਿੱਚ ਹੱਥ ਨਾ ਮਿਲਾਉਣ ਦੇ ਇਰਾਦੇ ਨਾਲ ਆਏ ਸੀ, ਤੇ ਪਰ ਹਾਲਾਤ ਇੱਦਾਂ ਦੇ ਬਣ ਗਏ ਕਿ ਉਹਨਾਂ ਨੂੰ ਹੱਥ ਮਿਲਾਉਣਾ ਪਿਆ। ਹੈਂਡ ਸ਼ੇਕਿੰਗ ਨਾਰਥ ਅਮਰੀਕਾ ਦੇ ਵਿੱਚ ਇੱਕ ਜਿਹੜਾ ਪੈਟਰਨ ਆ, ਇੱਕ ਕਲਚਰ ਆ ਇੱਥੇ ਦਾ, ਤੇ ਜੇ ਤੁਸੀਂ ਹੱਥ ਕਿਸੇ ਦਾ ਫੜਦੇ ਆ ਤੇ ਉਸ ਵੇਲੇ ਇੱਕ ਜਿਹੜਾ ਅਨਕੌਂਸ਼ੀਅਸ ਕਲਚਰਲ ਮੂਵ ਹੁੰਦਾ ਦੂਜੇ ਬੰਦੇ ਦੇ ਲਈ, ਜਿਹੜਾ ਹੱਥ ਤੁਹਾਡੇ ਵੱਲ ਲੈ ਕੇ ਆ ਰਿਹਾ ਆ, ਤੇ ਜੇ ਤੁਸੀਂ ਦੋਵੇਂ ਕਲਚਰ ਦੇ ਵਿੱਚ ਆ ਤੇ ਤੁਸੀਂ ਰੀਅਲੀ ਇੱਕ ਦੂਜੇ ਦੇ ਨਾਲ ਜਿਹੜਾ ਕੋਸ਼ਿਸ਼ ਕਰਦੇ ਆ ਕਿ ਇੱਕ ਪੈਟਰਨ ਜਿਹੜਾ ਦੋਹਾਂ ਦੇ ਨਾਲ ਕ੍ਰੀਏਟ ਕੀਤਾ ਜਾਵੇ। ਗੱਲ ਬੜੀ ਸਧਾਰਨ ਜਿਹੀ ਆ, ਪਰ ਇਹਦੇ ਪਿੱਛੇ ਹੁਣ ਜੋ ਕੁਝ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਓਟਵਾ ਨਾਲੋਂ ਅਲਬਰਟਾ ਨੇ ਆਪਣਾ ਤੋੜ ਵਿਛੋੜਾ ਕਰਨ ਦੀ ਗੱਲਬਾਤ ਕੀਤੀ ਹੈ, ਜਾਂ ਆਪਣੇ ਸਟੇਟ ਦੇ ਲਈ ਵੱਧ ਅਧਿਕਾਰਾਂ ਦੀ ਗੱਲਬਾਤ ਕੀਤੀ ਹੈ, ਉਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਇਸ ਪਿੱਠ ਭੂਮੀ ਦੇ ਵਿੱਚ ਚਲੇ ਜਾਂਦੀਆਂ। ਇੱਕ ਸਧਾਰਨ ਹੈਂਡ ਸ਼ੇਕ ਦੇ ਉੱਤੇ ਜਿੰਨੀ ਕੰਟਰੋਵਰਸੀ ਪੈਦਾ ਹੋਈ ਹੈ, ਤੇ ਜਿੰਨਾ ਇਹਨਾਂ ਦੋਹਾਂ ਦਾ ਰੌਲਾ ਰੱਪਾ ਪਿਆ, ਇੱਕ ਮਤਲਬ ਜੈਸਚਰ ਜਿਹੜਾ ਹੈਂਡ ਸ਼ੇਕ ਦਾ, ਤੇ ਉਹਦੇ ਨਾਲ ਕਿਤੇ ਨਾ ਕਿਤੇ ਜਿਹੜੀ ਸਾਰੀ ਪੋਲੀਟਿਕਸ ਸੀ ਪਿਛਲੀ, ਅਲਬਰਟਾ ਦੇ ਓਟਵਾ ਦੇ ਨਾਲ ਕੀ ਰਿਲੇਸ਼ਨ ਨੇ, ਅਲਬਰਟਾ ਕੈਨੇਡਾ ਦੇ ਨਾਲ ਰਹਿਣਾ ਚਾਹੁੰਦਾ ਆ, ਇਹ ਰੈਫਰੈਂਡਮ ਦੀ ਮੰਗ ਵੀ ਕਰ ਰਿਹਾ ਆ, ਇਹ ਇੱਦਾਂ ਇਹਨਾਂ ਨੂੰ ਲੱਗ ਰਿਹਾ ਕਿ ਸਾਰਾ ਕੁਝ ਸਾਡੇ ਕੋਲ ਆ, ਤੇਲ ਸਾਡੇ ਕੋਲ ਆ, ਸਾਰਾ ਕੁਝ ਸਾਡਾ ਆ, ਤੇ ਕੈਨੇਡਾ ਸਾਨੂੰ ਉਨੇ ਚੰਗੇ ਤਰੀਕੇ ਨਾਲ ਟਰੀਟ ਨਹੀਂ ਕਰ ਰਿਹਾ। ਅਲਬਰਟਾ ਦੇ ਵਿੱਚ ਇੱਕ ਜਿਹੜੀ UCP ਦੀ ਗਵਰਨਮੈਂਟ ਆ ਇਸ ਵੇਲੇ, ਜਾਂ ਫੈਡਰਲ ਲੈਵਲ ਦੇ ਉੱਤੇ, ਉੱਥੇ ਲਿਬਰਲ ਕਿਤੇ ਵੀ ਨਹੀਂ ਹੁੰਦੇ, ਸਾਰੀ ਦੀ ਸਾਰੀ ਉਹ ਨੀਲੀ ਸਟੇਟ ਹੁੰਦੀ ਆ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਲੋਕ ਇਹਦੇ ਬਾਰੇ ਕਰ ਰਹੇ ਆ ਕਿ ਇੱਕ ਪਰਟੀਕੂਲਰ ਸਿਚੁਏਸ਼ਨ ਦੇ ਵਿੱਚ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਦਾ ਜਿਹੜਾ ਹੱਥ ਮਿਲਾਉਣਾ ਜਸਟਿਨ ਟਰੂਡੋ ਦੇ ਨਾਲ, ਉਹ ਜਿਸ ਤਰੀਕੇ ਦੇ ਨਾਲ ਮਤਲਬ, ਔਰ ਇਹ ਡਾਕੂਮੈਂਟਡ ਆ ਸਾਰੀ ਟੈਂਸ਼ਨ ਇਹਨਾਂ ਦੋਵਾਂ ਦੇ ਵਿੱਚ ਜਿਹੜੀ ਹੋਈ ਹੈ, ਜਿਸ ਤਰੀਕੇ ਦੇ ਨਾਲ ਉਹ ਗੁੱਸਾ ਪ੍ਰਾਈਮ ਮਿਨਿਸਟਰ ਤੇ ਉਹਨਾਂ ਨੇ ਪਿੱਛੇ ਕੱਢਿਆ UCP ਲੀਡਰਸ਼ਿਪ ਰੇਸ ਦੇ ਵੇਲੇ ਵੀ, ਤੇ ਇਹ ਸਾਰਾ ਕੁਛ ਜਿਹੜਾ ਆ ਕਿਤੇ ਨਾ ਕਿਤੇ ਜਦੋਂ ਇਹ ਹੱਥ ਮਿਲਾਉਣਾ ਸਾਰਾ ਕੁਝ ਵਾਪਰਿਆ, ਤਾਂ ਇੱਕ ਤਰੀਕੇ ਦੇ ਨਾਲ ਇਹ ਅਜੀਬ ਵੀ ਲੱਗਾ ਥੋੜ੍ਹਾ ਜਿਹਾ ਲੋਕਾਂ ਨੂੰ, ਵੀ ਇਸ ਤਰ੍ਹਾਂ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ, ਜਾਂ ਤਾਂ ਹੱਥ ਮਿਲਾਉਣਾ ਚਾਹੀਦਾ ਸੀ, ਚੰਗੀ ਤਰ੍ਹਾਂ ਮਿਲਾਉਣਾ ਚਾਹੀਦਾ ਸੀ, ਜਾਂ ਨਹੀਂ ਮਿਲਾਉਣਾ ਚਾਹੀਦਾ ਸੀ। ਪਰ ਇਹ ਵੀ ਸਾਨੂੰ ਪਤਾ ਆ ਕਿ ਇਹ ਗੱਲਬਾਤ ਵੀ ਕਹੀ ਗਈ ਆ ਕਿ ਜਿਹੜੇ ਜਸਟਿਨ ਟਰੂਡੋ ਨੇ ਇਹ ਅਲਬਰਟਾ ਦੇ ਆਇਲ ਤੇ ਗੈਸ ਇੰਡਸਟਰੀ ਨੂੰ ਲੈ ਕੇ ਡੋਮੀਨੇਟ ਕਰਦੇ ਆ, ਤੇ ਉਹਨੂੰ ਸਿਰਫ ਇੱਕ ਜਸਟ ਟਰਾਂਜੀਸ਼ਨ ਜਿਹੜਾ ਵਰਡ ਉਹਦੇ ਉੱਤੇ ਰੌਲਾ ਪਿਆ ਸੀਗਾ, ਤੇ ਇਸ ਕਰਕੇ ਵੀ ਜਿਹੜੇ ਆ ਉਹਨਾਂ ਦਾ ਸਬੰਧ ਆਪਸ ਦੇ ਵਿੱਚ ਕਿਸ ਤਰ੍ਹਾਂ ਦੇ ਨੇ, ਤੇ ਅੱਜ ਉਹਨਾਂ ਸਾਰੇ ਸਬੰਧਾਂ ਦਾ ਸਿਰਫ ਇੱਕ ਬਾਡੀ ਦੇ ਵਿਵਹਾਰ ਹੱਥ ਮਿਲਾਉਣ ਦੀ ਘਟਨਾ ਤੋਂ ਕਾਫੀ ਕੁਛ ਜਿਹੜਾ ਦੱਸ ਗਿਆ, ਔਰ ਸਾਰਾ ਦਿਨ ਇਹਦੇ ਬਾਰੇ ਚਰਚਾ ਅੱਜ ਚੱਲਦੀ ਰਹੀ। ਇੱਕ ਹੋਰ ਘਟਨਾ ਜਿਹਦੇ ਵਿੱਚ ਜਿੱਦਾਂ ਪਹਿਲਾਂ ਅਸੀਂ ਖਬਰ ਸਾਂਝੀ ਕੀਤੀ ਹੈ ਕਿ ਜਿਹੜਾ ਹੈਲਥ ਕੇਅਰ ਸਿਸਟਮ ਆ ਉਹਦੇ ਬਾਰੇ ਪ੍ਰੀਮੀਅਰ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ ਕਰ ਰਹੇ ਆ, ਤੇ ਇਹਨੂੰ ਠੀਕ ਠਾਕ ਕਰਨ ਦਾ ਯਤਨ ਕਰ ਰਹੇ ਆ। ਘਟਨਾ ਕੈਲਗਰੀ ਦੀ ਹੈ। ਕੈਲਗਰੀ ਦੇ ਵਿੱਚ ਇੱਕ ਬਜ਼ੁਰਗ ਔਰਤ 72 ਸਾਲ ਦੀ ਘਰ ਦੇ ਵਿੱਚ ਬੈਠੀ ਆ, ਤੁਰ ਤੋਂ ਹੁੰਦਾ ਨਹੀਂ, ਚੂਲਾ ਉਹਦਾ ਟੁੱਟਿਆ ਆ, ਤੇ 911 ਕਾਲ ਕਰਦੇ ਆ। 911 ਕਾਲ ਕਰਨ ਤੋਂ ਬਾਅਦ ਉਹ ਆ ਜਾਂਦੇ ਆ, ਤੇ ਉਹਦਾ ਰਿਸ਼ਤੇਦਾਰਾਂ ਨਾਲ ਉੱਥੇ, ਤੇ ਜਦੋਂ ਉਹ ਪਿਛਲੇ ਹਫ਼ਤੇ ਦੀ ਗੱਲਬਾਤ ਦੱਸੀ ਜਾ ਰਹੀ ਹੈ, ਜਦੋਂ ਉਹ ਆਉਂਦੇ ਆ ਐਂਬੂਲੈਂਸ ਵਾਲੇ,
ਤੇ ਉਹ 1 ਫਰਵਰੀ ਨੂੰ ਕਹਿੰਦੇ ਡਿੱਗ ਪਈ ਸੀਗੀ ਤੇ 2 ਦਿਨ ਬਹੁਤ ਜ਼ਿਆਦਾ ਪੇਨ ਹੋਈ ਤੇ ਮਤਲਬ ਉਹਦੇ ਕੋਲ ਤੁਰ ਚੱਲਿਆ ਨਹੀਂ ਸੀ ਜਾਂਦਾ ਤੇ ਮੁੜ ਕੇ ਉਹਨੇ ਫੈਸਲਾ ਕੀਤਾ ਕਿ ਸਾਨੂੰ 911 ਕਾਲ ਕਰਨੀ ਚਾਹੀਦੀ ਆ। ਤੇ ਪੈਰਾਮੈਡਿਕਸ 20 ਮਿੰਟ ਬਾਅਦ ਉਹ ਕਹਿੰਦੇ ਅਸੀਂ ਆਉਣੇ ਆ, ਤੇ ਜਦੋਂ ਆ ਗਏ ਤੇ ਉਹਨਾਂ ਨੇ EMS ਨੂੰ ਦੱਸਿਆ ਵੀ ਉਹਨੂੰ ਲੱਗਦਾ ਵੀ ਉਹਦਾ ਜਿਹੜਾ ਹਿੱਪ ਆ ਇਹ ਟੁੱਟ ਗਿਆ ਆ, ਇੱਥੋਂ ਚੂਲਾ ਟੁੱਟ ਗਿਆ ਆ। ਤੇ ਪੈਰਾਮੈਡਿਕਸ ਉਹਨੂੰ ਕਹਿੰਦੇ ਵੀ ਇਹ ਲੱਗਦਾ ਨਹੀਂ ਆ ਕਿ ਇੱਦਾਂ ਤੇਰੇ ਨਾਲ ਹੋਇਆ ਆ, ਤੇ ਤੂੰ ਹਾਲਵੇ 'ਤੇ ਤੁਰ ਸਕਦੀ ਆ। ਤੇ ਜਿਹੜਾ ਉਹ ਕਹਿੰਦੇ ਵੀ ਮਤਲਬ ਉਹਨਾਂ ਦੇ ਨਾਲ ਮਤਲਬ ਉਹਨਾਂ ਨੇ ਆ ਕੇ ਉਹਨਾਂ ਨੇ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਕਿ ਤੁਸੀਂ ਮਤਲਬ ਜੋ ਉਹਨਾਂ ਨੇ ਸਿੱਧਾ ਆ ਕੇ ਉਹਨਾਂ ਨੇ ਐਂਬੂਲੈਂਸ ਵਾਲਿਆਂ ਨੇ ਉਹਨੂੰ ਕਿਹਾ ਕਿ ਵਾਟ ਵੁੱਡ ਯੂ ਲਾਈਕ ਫॉर ਅਸ ਟੂ ਡੂ ਫॉर ਯੂ ਟੂਡੇ। ਤੇ ਜਾਂ ਉਹਨਾਂ ਨੇ ਕਿਹਾ ਕਿ ਉਹਨੂੰ ਇਹ ਕਿਹਾ ਕਿ ਡੂ ਯੂ ਨੀਡ ਹੈਲਪ ਡਾਊਨ ਦ ਸਟੇਅਰਸ, ਵੀ ਤੈਨੂੰ ਫੜ ਕੇ ਥੱਲੇ ਲੈ ਜਾਈਏ ਪੌੜੀਆਂ 'ਤੇ, ਔਰ ਡੂ ਯੂ ਨੀਡ ਏ ਹੈਂਡ ਇਨ ਟੂ ਯੂਰ ਕਾਰ, ਵੀ ਕਾਰ 'ਚ ਬੈਠਣ 'ਚ ਮਦਦ ਕਰੀਏ। ਮਤਲਬ ਐਂਬੂਲੈਂਸ ਵਾਲੇ ਆਏ ਆ ਲੈ ਕੇ, ਉਹਨਾਂ ਨੇ ਜਾਣਾ, ਬੰਦਾ ਕਾਲ ਕਰ ਰਿਹਾ ਜਿਹੜਾ ਮਰੀਜ਼ ਆ, ਤੇ ਉਹ ਆ ਕੇ ਇਹ ਪੁੱਛ ਰਿਹਾ ਵੀ ਤੁਹਾਨੂੰ ਪੌੜੀਆਂ ਤੋਂ ਥੱਲੇ ਲਾ ਲਈਏ, ਕਾਰ 'ਚ ਬਿਠਾ ਲਈਏ ਜਾਂ ਕੀ ਕਰੀਏ। ਇਹ ਗੱਲ ਬੜੀ ਅਜੀਬ ਆ ਕਿ ਮਤਲਬ ਉਹ ਦੋਵੇਂ ਜਿਹੜੇ ਉਹਦੇ ਰਿਸ਼ਤੇਦਾਰ ਤੇ ਉਹ ਜਿਹੜੀ ਔਰਤ ਸੀ ਇਹ ਦੋਵੇਂ ਘਬਰਾ ਗਏ ਜਾਂ ਡਰ ਗਏ, ਸ਼ੌਕਡ ਸੀਗੇ ਕਿ ਸਾਨੂੰ ਅਸਲ ਦੇ ਵਿੱਚ ਇਹਦਾ ਜਵਾਬ ਕੀ ਦੇਣਾ ਚਾਹੀਦਾ। ਹੁਣ ਇਹਨਾਂ ਨੂੰ ਅਸੀਂ ਕੀ ਜਵਾਬ ਦਈਏ? ਐਂਬੂਲੈਂਸ ਵਾਲਾ ਤਾਂ ਸਿੱਧਾ ਪਤਾ ਹੁੰਦਾ, ਬੰਦਾ ਕਹਿੰਦਾ ਮੈਂ ਬਿਮਾਰ ਆ, ਐਂਬੂਲੈਂਸ ਪਹੁੰਚ ਗਿਆ, ਤਾਂ ਉਹਨੇ ਚੱਕ ਕੇ ਐਂਬੂਲੈਂਸ ਉਹਨੂੰ ਲੈ ਜਾਣਾ। ਤੇ ਇੱਥੇ ਮਤਲਬ ਉਹਨੇ ਕਹਿੰਦੇ ਜਿਹੜੀ ਟਾਈਲਨੋਲ ਆ ਉਹ ਆਫਰ ਕੀਤੀ ਤੇ ਐਡਵਲ ਦਿੱਤੀ, ਤੇ ਉਹ ਕਹਿੰਦੇ ਵੀ ਅਸੀਂ ਤੁਹਾਡੇ ਟਰੱਕ ਦੇ ਵਿੱਚ ਤੁਹਾਨੂੰ ਬਿਠਾ ਦਿੰਦੇ। ਕ੍ਰਿਸ ਇਹਦਾ ਔਰਤ ਦਾ ਨਾਂ ਆ। ਤੇ ਪੈਰਾਮੈਡਿਕਸ ਨੇ ਉਹ ਕਹਿੰਦੇ ਮਤਲਬ ਇੱਕ ਬੜਾ ਨਾਈਟਮੇਅਰ ਵਰਗੀ ਗੱਲ ਸੀਗੀ ਇਹ ਸਾਡੇ ਲਈ। ਤੇ ਜਿਹੜਾ ਬੇਸਿਕਲੀ ਉਹ ਕਹਿੰਦੇ ਵੀ ਇਹ ਆ ਅਸਲ ਦੇ ਵਿੱਚ ਕਿ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਦੂਜੇ ਪਾਸੇ ਜਿਹੜੀਆਂ ਅਰਜੈਂਟ ਕਾਲਸ ਨੇ ਉਹਨਾਂ ਵੱਲ ਸਾਨੂੰ ਜਾਣਾ ਚਾਹੀਦਾ ਹੈ। ਤੇ ਜਿਹੜਾ ਉਹ ਫਿਰ ਉੱਥੇ ਚਲੇ ਜਾਂਦੇ ਅਰਜੈਂਟ ਕੇਅਰ ਦੇ ਵਿੱਚ ਆਪਣਾ ਟਰੱਕ ਲੈ ਕੇ, ਤੇ ਉੱਥੋਂ ਫਿਰ ਜਿੱਦਾਂ ਉਹਨਾਂ ਨੂੰ ਉੱਥੋਂ ਕੱਢਿਆ ਜਾਂਦਾ, ਇਹ ਸਾਰੇ ਮਤਲਬ ਉਹ ਦਰਦ ਹੋ ਰਿਹਾ, ਪੇਨ ਹੋ ਰਿਹਾ, ਤੇ ਜਦੋਂ ਹਸਪਤਾਲ ਦੇ ਵਿੱਚ ਆਪਣੇ ਆਪ ਚਲੇ ਗਏ ਆ ਤੇ ਉੱਥੇ ਜਾ ਕੇ ਉਹਨਾਂ ਨੂੰ ਉਹੀ ਗੱਲ ਪਤਾ ਲੱਗਦੀ ਕਿ ਇਹਨਾਂ ਦਾ ਹਿੱਪ ਜਿਹੜਾ ਉਹ ਟੁੱਟ ਚੁੱਕਾ ਆ। ਪੈਰਾਮੈਡਿਕਸ ਜਿਹੜੇ ਉੱਥੇ ਪਹੁੰਚਦੇ ਉਹ ਕਹਿੰਦੇ ਗੱਲ ਹੀ ਕੋਈ ਨਹੀਂ ਇੱਦਾਂ ਦੀ, ਤੇ ਤੁਸੀਂ ਚੁੱਪ-ਚਾਪ ਉੱਥੇ ਆਪਣੀ ਗੱਡੀ 'ਚ ਬੈਠ ਕੇ ਚਲੇ ਜਾਓ। ਇਸ ਗੱਲਬਾਤ ਤੋਂ ਹੁਣ ਜਿਹੜਾ ਸਾਊਥ ਕੈਲਗਰੀ ਹੈਲਥ ਸੈਂਟਰ ਦੇ ਵਿੱਚ ਉਹ ਦੱਸਦੇ ਆ ਕਿ ਕਾਫੀ ਜ਼ਿਆਦਾ ਇਹ ਦੁਖੀ ਨੇ, ਇਸ ਗੱਲ ਤੋਂ ਪਰੇਸ਼ਾਨ ਨੇ ਕਿ ਸਾਨੂੰ ਇੱਦਾਂ ਇਸ ਤਰੀਕੇ ਨਾਲ ਕਿਉਂ ਟਰੀਟ ਕੀਤਾ ਗਿਆ। ਤੇ ਉਹ ਜਦੋਂ ਉਹਨਾਂ ਨੇ ਦੱਸਿਆ ਵੀ ਸਾਡੇ ਨਾਲ ਤਾਂ ਆਹ ਕੁਛ ਹੋਇਆ, ਤੇ ਡਾਕਟਰ ਕਹਿੰਦੇ ਵੀ ਨਹੀਂ ਇੱਦਾਂ ਤੁਹਾਡੇ ਨਾਲ ਹੋਣਾ ਨਹੀਂ ਚਾਹੀਦਾ। ਉਹਨਾਂ ਨੇ ਨੰਬਰ ਦੇ ਦਿੱਤਾ ਉਹਨਾਂ ਵੀ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਕੰਪਲੇਂਟ ਕਰ ਸਕਦੇ ਆ। ਤੇ ਫਿਰ ਜਿਹੜਾ ਉਹਨਾਂ ਨੂੰ ਰਿਪਲੇਸ ਕੀਤਾ ਥੋੜ੍ਹੀ ਜਿਹੀ ਸ਼ਾਰਟ ਸਟੇ ਤੋਂ ਬਾਅਦ, ਹਸਪੀਟਲ ਤੋਂ ਬਾਅਦ ਉਹਨਾਂ ਨੂੰ ਉੱਥੇ ਦੇ ਦਿੱਤਾ ਗਿਆ। ਤੇ ਹੁਣ ਜਿਹੜਾ ਉਹ ਕਹਿੰਦੇ ਵੀ ਉਹ ਇਨਸੀਡੈਂਟ ਤਾਂ ਸਾਰਾ ਚਲਾ ਗਿਆ ਆ, ਪਰ ਇੱਦਾਂ ਲੱਗਦਾ ਕਿ ਪੈਰਾਮੈਡਿਕਸ ਨੇ ਜਿਹੜਾ ਡਾਊਨ ਪਲੇ ਕੀਤਾ ਉਸ ਇੰਜਰੀ ਨੂੰ, ਮਤਲਬ ਗੱਲ ਸੱਟ ਜ਼ਿਆਦਾ ਸੀ ਪਰ ਉਹਨਾਂ ਨੇ ਦੱਸਿਆ ਵੀ ਇਹ ਹੈ ਹੀ ਨਹੀਂ ਹੈ। ਤੇ ਉਹ ਕਹਿੰਦੇ ਕਿ ਵੀ ਉਹਨਾਂ ਨੂੰ ਉਸ ਔਰਤ ਨੂੰ ਇਹ ਫੀਲ ਕਰਨ ਲਾ ਦਿੱਤਾ ਵੀ ਜਿੱਦਾਂ ਉਹਨੇ ਕੁਛ ਗਲਤ ਕਰ ਦਿੱਤਾ ਹੁੰਦਾ, ਤੇ ਵੀ ਮੈਨੂੰ ਤਾਂ ਕਦੇ ਐਂਬੂਲੈਂਸ ਨੂੰ ਕਾਲ ਹੀ ਨਹੀਂ ਕਰਨੀ ਚਾਹੀਦੀ। ਮਤਲਬ ਉਹਨਾਂ ਨੂੰ ਇਹ ਮਹਿਸੂਸ ਕਰਨ ਲਾ ਦਿੱਤਾ। ਇਹ ਕਿਉਂ ਕੀਤਾ ਗਿਆ, ਕੀ ਕੀਤਾ ਗਿਆ, ਇਹ ਤਾਂ ਹੁਣ ਖੈਰ ਬਾਅਦ ਦੇ ਵਿੱਚ ਜਦੋਂ ਇਹਦੀ ਜਾਂਚ ਪੜਤਾਲ ਹੋਊਗੀ ਉਦੋਂ ਪਤਾ ਲੱਗੂਗਾ। ਤੇ ਇਹ ਉਸੇ ਵੇਲੇ ਜਿਹੜੇ ਜੈਸਨ ਕੋਪਿੰਗ ਨੇ ਹੈਲਥ ਮਿਨਿਸਟਰ, ਤੇ ਉਹਨਾਂ ਨੇ ਇਹਦੇ ਬਾਰੇ ਨਾਨ ਅਰਜੈਂਟ ਜਿਹੜੀ ਅਨਾਊਂਸ ਕੀਤਾ ਸੀ ਕਿ ਨਾਨ ਅਰਜੈਂਟ ਕਾਲਸ ਜਿਹੜੀਆਂ ਨੇ ਉਹ ਹੈਲਥ ਲਿੰਕ ਨਰਸ ਨੂੰ ਡਾਇਵਰਟ ਕੀਤੀਆਂ ਜਾਣਗੀਆਂ ਤਾਂ ਕਿ ਜਿਹੜੀਆਂ ਐਂਬੂਲੈਂਸਿਸ ਆ ਉਹਨਾਂ ਨੂੰ ਫ੍ਰੀ ਕੀਤਾ ਜਾ ਸਕੇ, ਤੇ ਉਹ ਜ਼ਿਆਦਾ ਜ਼ਰੂਰੀ ਜਿਹੜੀਆਂ ਲੋੜਾਂ ਨੇ ਉਧਰਲੇ ਪਾਸੇ ਜਾ ਸਕਣ, ਤੇ ਅਨਨੈਸੈਸਰੀ ਡਿਸਪੈਚ ਜਿਹੜੀ ਐਂਬੂਲੈਂਸ ਦੀ ਆ ਇਹਨੂੰ ਰੋਕਿਆ ਜਾਵੇ। ਹੁਣ ਪਤਾ ਨਹੀਂ ਇਹ ਉਹਦਾ ਹਿੱਸਾ ਸੀ, ਜ਼ਰੂਰੀ ਪਾਸੇ ਐਂਬੂਲੈਂਸ ਨੂੰ ਜਾਣਾ ਚਾਹੀਦਾ, ਇਹ ਸਾਰੇ ਲੋਕ ਸਮਝਦੇ ਆ, ਪਰ ਘਰੋਂ ਆ ਕੇ ਮੁੜ ਜਾਣਾ ਤੇ ਮਤਲਬ ਦੂਜੇ ਪਾਸੇ ਇਹਨੂੰ ਨਾ ਸਮਝਣਾ ਕਿ ਇਹ ਵੀ ਸੱਚਮੁੱਚ ਕੋਈ ਐਮਰਜੈਂਸੀ ਹੈ ਜਾਂ ਸੱਚਮੁੱਚ ਜ਼ਰੂਰੀ ਹੈ, ਇਹ ਵਾਕਈ ਇੱਕ ਬਹੁਤ ਚਿੰਤਾ ਦੀ ਗੱਲ ਦੱਸੀ ਜਾ ਰਹੀ ਆ। ਜਿਹੜੀ ਮਤਲਬ ਜ਼ਿਆਦਾ ਇਸ ਵੇਲੇ ਰਿਸਕ ਦੇ ਉੱਤੇ ਲੋਕ ਨੇ, ਜਿਹੜੀ ਅਲਬਰਟਾ NDP ਆ ਉਹ ਵੀ ਲਗਾਤਾਰ ਕਹਿ ਰਹੀ ਆ ਕਿ ਜਿਹੜੀ UCP ਆ ਕਿ ਉਹ ਮਤਲਬ ਪੂਅਰ ਮੈਨੇਜ ਕਰ ਰਹੀ ਹੈ ਇਹਨੂੰ EMS ਨੂੰ, ਕਿ ਇੱਦਾਂ ਦੇ ਕੇਸ ਜਿਹੜੇ ਆ ਉਹ ਬਹੁਤ ਜ਼ਿਆਦਾ ਇਹਦੇ ਵਿੱਚ ਆ ਰਹੇ ਆ। ਪਿਛਲੇ ਹਫ਼ਤੇ UCP ਨੇ ਇਹ ਕਿਹਾ ਸੀ ਕਿ ਕੁਛ ਜਿਹੜੀਆਂ 911 ਨੂੰ ਕਾਲਸ ਕੀਤੀਆਂ ਜਾਂਦੀਆਂ ਉਹ ਹੁਣ 811 ਨੂੰ ਟਰਾਂਸਫਰ ਕੀਤੀਆਂ ਜਾਣਗੀਆਂ ਤਾਂ ਕਿ ਐਮਰਜੈਂਸੀ ਸਰਵਿਸ ਦੇ ਉੱਤੇ ਬਰਡਨ ਘਟਾਇਆ ਜਾ ਸਕੇ। ਸੋ ਇਸ ਗੱਲ ਤੋਂ ਕੈਲਗਰੀ ਦੀ ਔਰਤ ਨਿਰਾਸ਼ ਆ, ਤੇ ਜਿਹੜਾ ਅਲਬਰਟਾ ਹੈਲਥ ਸਿਸਟਮ ਆ ਉਹਦੇ ਉੱਤੇ ਤੇ EMS ਦੇ ਉੱਤੇ ਵੀ ਇਤਰਾਜ਼ ਉੱਠ ਰਹੇ ਆ, ਤੇ ਇਹਦੀ ਜਾਂਚ ਪੜਤਾਲ ਦੀ ਮੰਗ ਵੀ ਅੱਗੇ ਜਿਹੜੀ ਉਹ ਚੱਲ ਰਹੀ ਆ ਕਿ ਕਿਸ ਕਿਸਮ ਦੇ ਨਾਲ ਇਹਦਾ ਹੱਲ ਕੀਤਾ ਜਾ ਸਕਦਾ।
ਅਗਲੀ ਗੱਲਬਾਤ ਮਹਿੰਗਾਈ ਦੇ ਨਾਲ ਸੰਬੰਧਿਤ ਆ। ਇਨਫਲੇਸ਼ਨ ਲਗਾਤਾਰ ਜਿਹੜੀ ਲੋਕਾਂ ਨੂੰ ਤੰਗ ਕਰ ਰਹੀ ਆ, ਭਾਵੇਂ ਇੱਕ ਥਾਂ ਦੇ ਉੱਤੇ ਆ ਕੇ ਥੱਲੇ ਨੂੰ ਆਉਣਾ ਸ਼ੁਰੂ ਹੋਈ ਆ, ਪਰ ਹਜੇ ਵੀ ਬਹੁਤ ਸਾਰੇ ਜਿਹੜੇ ਕੈਨੇਡੀਅਨਸ ਨੇ ਉਹ ਇਹਦੇ ਤੋਂ ਤੰਗ ਨੇ ਤੇ ਇਹਨੇ ਪਰੇਸ਼ਾਨ ਕੀਤਾ ਹੈ। ਇਨਫਲੇਸ਼ਨ ਰੇਟ ਥੋੜ੍ਹਾ ਜਿਹਾ ਪ੍ਰਾਈਸਿਸ ਜਿਹੜੇ ਉੱਤੇ ਜਦੋਂ ਗਏ ਆ ਤੇ ਇਨਕਮ ਤੇ ਕੰਜ਼ੰਪਸ਼ਨ ਪੈਟਰਨ ਲੋਕਾਂ ਦੇ ਬਦਲ ਗਏ ਆ। ਲੋਕਾਂ ਦੇ ਲਈ ਹੁਣ ਇਹਦੇ ਨਾਲ ਸਾਹਮਣਾ ਕਰਨਾ ਥੋੜ੍ਹਾ ਜਿਹਾ ਔਖਾ ਹੋ ਗਿਆ। ਇਨਫਲੇਸ਼ਨ ਜਿਹੜੀ ਕਿੰਨੀ ਹੈਗੀ ਹੈ ਜ਼ਿਆਦਾ, ਜਾਂ ਕਿੰਨਾ ਲੋਕਾਂ ਨੂੰ ਇਹਨੇ ਪਿੰਚ ਕੀਤਾ ਆ, ਤੇ ਕੈਨੇਡੀਅਨਸ ਜਿਹੜੇ ਆ ਉਹ ਕੀ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਕਰ ਸਕਦੇ ਆ, ਇਹਦੇ ਬਾਰੇ ਅੱਜ ਇੱਕ ਰਿਪੋਰਟ ਛਪੀ ਆ ਕਿ 8.1% ਦੇ ਉੱਤੇ ਮਹਿੰਗਾਈ ਸਮਰ ਦੇ ਵਿੱਚ ਪਹੁੰਚ ਗਈ ਸੀ। ਕੈਨੇਡਾ ਦਾ ਐਨੂਅਲ ਇਨਫਲੇਸ਼ਨ ਰੇਟ ਜਿਹੜਾ ਸਲੋ ਹੋਇਆ ਆ ਪਿਛਲੇ ਮਹੀਨਿਆਂ ਦੇ ਵਿੱਚ, ਤੇ ਦਸੰਬਰ ਦੇ ਵਿੱਚ ਐਨੂਅਲ ਇਨਫਲੇਸ਼ਨ ਰੇਟ 6.3% ਸੀ। ਹਜੇ ਵੀ ਇਹ ਜ਼ਿਆਦਾ ਦੱਸਿਆ ਜਾ ਰਿਹਾ, ਤੇ ਬੈਂਕ ਆਫ ਕੈਨੇਡਾ ਦਾ ਜਿਹੜਾ 2% ਦਾ ਟਾਰਗੇਟ ਆ, ਤੇ ਇਹ ਟ੍ਰੈਂਡ ਦੱਸਦਾ ਆ ਕਿ ਉਹ ਆਪਣੇ ਟਾਰਗੇਟ ਦੇ ਵੱਲ ਨੂੰ ਜਾ ਰਹੇ ਆ। ਇੱਥੋਂ ਤੱਕ ਕਿ ਇਨਫਲੇਸ਼ਨ ਫੂਡ ਪ੍ਰਾਈਸਿਸ ਦੇ ਵਿੱਚ ਜ਼ਿਆਦਾ ਇਹਦਾ ਫਰਕ ਪਿਆ ਆ। ਦਸੰਬਰ ਦੇ ਵਿੱਚ ਗਰੋਸਰੀ ਪ੍ਰਾਈਸਿਸ 11% ਜ਼ਿਆਦਾ ਸੀਗੇ ਇੱਕ ਸਾਲ ਪਹਿਲਾਂ ਨਾਲੋਂ। ਵੇਜਸ ਵੀ ਲੋਕਾਂ ਦੇ ਵਧੇ ਆ ਕੁਛ ਥਾਵਾਂ ਦੇ ਉੱਤੇ, ਤੇ ਇਨਫਲੇਸ਼ਨ ਵੀ ਵਧੀ ਆ। ਦਸੰਬਰ ਦੇ ਵਿੱਚ ਐਵਰੇਜ ਆਵਰਲੀ ਵੇਜਸ ਜਿਹੜੇ ਆ ਉਹ ਦੱਸਦੇ ਕਿ 5.1% ਅਪ ਸੀ ਪਿਛਲੇ ਸਾਲ ਨਾਲੋਂ। ਮਤਲਬ ਇੱਕ ਘੰਟੇ ਦੇ ਵਿੱਚ ਜਿੰਨੇ ਡਾਲਰ ਕਮਾਏ ਜਾਂਦੇ ਆ, 5.1% ਪਿਛਲੇ ਸਾਲ ਨਾਲੋਂ ਲੋਕਾਂ ਦੇ ਉਹ ਜ਼ਿਆਦਾ ਦੱਸੇ ਗਏ ਆ। ਇਕੋਨੋਮਿਸਟ ਇਸ ਵੇਲੇ ਇਹਦੇ ਬਾਰੇ ਗੱਲਬਾਤ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਇਨਫਲੇਸ਼ਨ ਲੋਕਾਂ ਦੇ ਉੱਤੇ ਅਸਰ ਪਾ ਰਹੀ ਆ। ਵੇਜਸ ਵੀ ਉੱਤੇ ਗਏ ਆ, ਤੇ ਜਿਹੜੇ ਇਹ ਕਿੰਨਾ ਕੁ ਲੋਕ ਇਸ ਵੇਲੇ ਇਸ ਚੀਜ਼ ਤੋਂ ਪਰੇਸ਼ਾਨ ਨੇ, ਤੇ ਕਿਹੜੇ ਲੋਕ ਨੇ ਜਿਹੜੇ ਸਭ ਤੋਂ ਹਾਰਡ ਹਿੱਟ ਹੋਏ ਆ। ਕੈਨੇਡੀਅਨਸ ਲਗਭਗ ਸਾਰਿਆਂ ਦੇ ਉੱਤੇ ਇਹਦਾ ਅਸਰ ਪਿਆ। ਸਟਿੱਕਰ ਸ਼ੌਕ ਇਹਨੂੰ ਕਹਿੰਦੇ, ਜਿਹੜਾ ਗਰੋਸਰੀ ਸਟੋਰ ਦੇ ਉੱਤੇ, ਤੇ ਪਰ ਸਾਰਿਆਂ ਤੇ ਅਸਰ ਸਾਰਿਆਂ ਤੇ ਪਿਆ, ਪਰ ਸਾਰਿਆਂ ਦੇ ਬਰਾਬਰ ਨਹੀਂ ਪਿਆ। ਇੱਕ ਮਤਲਬ ਇੱਦਾਂ ਦਾ ਜਿਹੜਾ ਇਨਫਲੇਸ਼ਨ ਸੀਗੀ ਕਿ ਇਹਦੇ ਵਿੱਚ ਹੀ ਸਾਰੇ ਹੀ ਲੰਘੇ ਆ। ਤੇ ਹੁਣ ਡਿਪੈਂਡ ਕਰਦਾ ਕਿ ਲੋਕ ਖਰੀਦ ਕੀ ਰਹੇ ਆ ਤੇ ਕਿੰਨਾ ਖਰੀਦ ਰਹੇ ਆ, ਤੇ ਕੀ ਉਹਨਾਂ ਨੇ ਕੰਜ਼ੰਪਸ਼ਨ ਲੈਵਲ ਆਪਣਾ ਲਾਈਫ ਸਟਾਈਲ ਦਾ ਮੇਨਟੇਨ ਕੀਤਾ, ਹਾਇਰ ਜਾਂ ਲੋਅਰ, ਉਹਦੇ ਉੱਤੇ ਡਿਪੈਂਡ ਕਰਦਾ ਕਿ ਲੋਕਾਂ ਦੇ ਉੱਤੇ ਜਿਹੜਾ ਕਿਹੜਾ ਅਸਰ ਪਿਆ ਆ। ਉਹ ਪਰਿਵਾਰ ਜਿਨ੍ਹਾਂ ਦੇ ਵਿੱਚ ਬੱਚੇ ਸੀਗੇ ਉਹਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਇਸ ਮਹਿੰਗਾਈ ਦਾ ਅਸਰ ਪਿਆ, ਕਿਉਂਕਿ ਫੂਡ ਤੇ ਫਿਊਲ ਵਾਲੇ ਪਾਸੇ ਜਾਣ ਵਾਲੇ ਜਿਹੜੀਆਂ ਦੋਵੇਂ ਕੈਟਾਗਰੀ ਸੀਗੀਆਂ ਉੱਥੇ ਸਭ ਤੋਂ ਜ਼ਿਆਦਾ ਇਹਦਾ ਅਸਰ ਦੇਖਿਆ ਜਾ ਰਿਹਾ ਹੈ। ਇੱਕ ਪਰਿਵਾਰ ਜਿਹਦੇ 'ਚ ਬੱਚੇ ਆ, ਤੇ ਉਹਨਾਂ ਨੇ ਐਵਰੇਜ $65 ਪਰ ਮੰਥ ਜਿਹੜੇ ਜ਼ਿਆਦਾ ਸਪੈਂਡ ਕੀਤੇ ਆ ਉਹਨਾਂ ਦੇ ਨਾਲੋਂ ਜਿਨ੍ਹਾਂ ਦੇ ਘਰ ਬੱਚੇ ਨਹੀਂ ਆ। ਪ੍ਰਾਈਸ ਜਿਹੜੇ ਵਧੇ ਆ ਹਰ ਘਰ ਦੇ ਵਿੱਚ, ਜਿਹੜੇ ਲੋਅਰ ਇਨਕਮ ਲੈਵਲ ਵਾਲੇ ਆ ਉਹਨਾਂ ਦੇ ਉੱਤੇ ਇਹਦਾ ਜ਼ਿਆਦਾ ਅਸਰ ਪਿਆ ਆ, ਤੇ ਜਿਹੜੇ ਹਾਇਰ ਇਨਕਮ ਵਾਲੇ ਆ ਉਹਨਾਂ ਦੇ ਉੱਤੇ ਇਹਦਾ ਘੱਟ ਅਸਰ ਪਿਆ ਦੱਸਿਆ ਜਾ ਰਿਹਾ। ਕਿਉਂਕਿ ਕਿੰਨਾ ਕੁ ਤੁਹਾਡੇ ਕੋਲ ਸੇਵਿੰਗ ਦਾ ਬਫਰ ਆ ਉਹਦੇ ਅਨੁਸਾਰ ਹੀ ਇਹ ਡਿਪੈਂਡ ਕਰਦਾ ਹੈ। ਪਰ ਅੱਜ ਵੀ ਹੁਣ ਅਗਲਾ ਸਵਾਲ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਕਿੰਨਾ ਕੁ ਲੋਕ ਪਿੱਛੇ ਰਹਿ ਗਏ ਆ ਇਹਦੇ ਤੋਂ ਇਸ ਮਹਿੰਗਾਈ ਦੇ ਵਿੱਚ, ਜਾਂ ਇਹ ਵੀ ਜਿਹੜਾ ਸਵਾਲ ਪੁੱਛਿਆ ਜਾ ਰਿਹਾ ਕਿ ਇਹਦਾ ਕਦੋਂ ਜਿਹੜੀ ਮਹਿੰਗਾਈ ਆ ਇਹ ਇਹਦੇ ਵਿੱਚੋਂ ਥੱਲੇ ਆਊਗੀ, ਤੇ ਕਦੋਂ ਸਾਰਾ ਕੁਝ ਠੀਕ ਠਾਕ ਹੋਊਗਾ। ਆਨਲਾਈਨ ਸਰਵੇ ਕੀਤਾ ਗਿਆ ਜਿਹਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਦੱਸੀਆਂ ਗਈਆਂ। ਸੋ ਇੱਕ ਅਨਐਕਸਪੈਕਟਡ ਜਾਂ ਗਲੋਬਲ ਈਵੈਂਟ ਆ, ਕਿਸੇ ਦੇ ਵੀ ਹੱਥ ਵੱਸ ਦੇ ਵਿੱਚ ਨਹੀਂ ਆ, ਤੇ ਫੋਰਕਾਸਟ ਨਹੀਂ ਕਰ ਰਹੇ ਕਿ ਕਿੱਥੇ ਤੱਕ ਇਹ ਜਿਹੜਾ ਜਾਊਗਾ। 2024 ਤੱਕ ਮੰਨ ਕੇ ਚੱਲਦੇ ਆ ਕਿ 2% ਦੇ ਉੱਤੇ ਮਹਿੰਗਾਈ ਜਿਹਦੇ ਨੇੜੇ ਤੇੜੇ ਜਿਹੜੀ ਆ ਉਹ ਲਿਆਂਦੀ ਜਾਊਗੀ। ਅਜੇ ਤੱਕ ਇਹਦੇ ਬਾਰੇ ਕੋਈ ਗੱਲਬਾਤ ਸਾਹਮਣੇ ਨਹੀਂ ਆ ਰਹੀ। ਅਗਲੀ ਗੱਲਬਾਤ ਦੋਸਤੋ ਲਗਭਗ ਜਿਹੜੀ ਅਸੀਂ ਪਹਿਲੀ ਖਬਰ ਕੀਤੀ ਉਹਦੇ ਨਾਲ ਹੀ ਸੰਬੰਧਿਤ ਆ। ਬੈਂਕ ਆਫ ਕੈਨੇਡਾ ਨੇ ਪਿਛਲੇ ਸਮੇਂ ਦੇ ਵਿੱਚ ਇੰਟਰਸਟ ਰੇਟ ਵਧਾਏ ਆ। 8 ਵਾਰੀ ਲਗਾਤਾਰ ਬੈਂਕ ਆਫ ਕੈਨੇਡਾ ਨੇ ਤੇ ਗਵਰਨਰ ਟਿਫ ਮੈਕੈਲਮ ਇਹਨਾਂ ਨੇ ਇਹ ਵਧਾਏ ਆ, ਤੇ ਹੁਣ ਉਹਨਾਂ ਨੇ ਆਡੀਅנס ਨੂੰ ਕੁਬੈਕ ਸਿਟੀ ਦੇ ਵਿੱਚ ਕੱਲ ਮੰਗਲਵਾਰ ਨੂੰ ਇਨਫਲੇਸ਼ਨ ਬਾਰੇ ਜਿਹੜਾ ਦੱਸਿਆ ਹੈ ਕਿ ਹੁਣ ਇਹ ਮਤਲਬ ਉਹਨਾਂ ਦੀ ਗੱਲਬਾਤ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਹੌਲ ਕਿੱਦਾਂ ਦਾ ਰਹਿਣਾ, ਇੰਟਰਸਟ ਰੇਟ ਵਧਣੇ ਆ ਘਟਣੇ ਆ, ਉੱਥੇ ਹੀ ਰਹਿਣੇ ਆ, ਮਹਿੰਗਾਈ ਕਿੱਧਰ ਨੂੰ ਜਾਊਗੀ। ਗਵਰਨਰ ਟਿਫ ਮੈਕੈਲਮ ਨੇ ਇਹ ਕਿਹਾ ਵੀ ਸਾਨੂੰ ਇੱਦਾਂ ਲੱਗਦਾ ਕਿ ਜਿਹੜੀ ਮਹਿੰਗਾਈ ਹੈ ਇਸ ਵੇਲੇ ਉਹਦੇ ਟਰਨਿੰਗ ਦਾ ਕਾਰਨਰ ਸਾਈਨਸ ਉਹਦੇ ਹੈਗੇ ਵੀ ਹੁਣ ਇਹਨੂੰ ਮੋੜਾ ਪੈਣਾ ਸ਼ੁਰੂ ਹੋ ਗਿਆ। ਜੇ ਮਹਿੰਗਾਈ ਨੂੰ ਮੋੜਾ ਪੈਣਾ ਸ਼ੁਰੂ ਹੋ ਗਿਆ ਤਾਂ ਇਹਦਾ ਮਤਲਬ ਬੜਾ ਸਾਫ਼ ਆ ਕਿ ਇੰਟਰਸਟ ਰੇਟ ਵਧਣੇ ਆਉਣ ਵਾਲੇ ਸਮੇਂ ਦੇ ਵਿੱਚ ਬੰਦ ਹੋ ਜਾਣਗੇ। ਵੱਧ ਵੀ ਸਕਦੇ ਆ, ਪਰ ਜੇ ਬੈਂਕ ਆਫ ਕੈਨੇਡਾ ਦੇ ਗਵਰਨਰ ਇਹ ਗੱਲ ਕਹਿ ਰਿਹਾ ਕਿ ਮਹਿੰਗਾਈ ਨੂੰ ਮੋੜਾ ਪੈਣਾ ਸ਼ੁਰੂ ਹੋ ਗਿਆ ਤਾਂ ਫਿਰ ਇਹਦਾ ਮਤਲਬ ਸੱਚਮੁੱਚ ਆ ਜਿਹੜੇ
ਇੰਟਰਸਟ ਰੇਟ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹ ਨਹੀਂ ਵਧਣਗੇ। 11 ਮਹੀਨਾ ਦਾ ਪਾਲਿਸੀ ਰੇਟ ਵਧੇ ਆ ਅਤੇ ਹੁਣ ਹਾਇਰ ਇੰਟਰਸਟ ਰੇਟ ਦੇ ਜਿਹੜੇ ਸਾਈਨ ਆ ਉਹ ਥੋੜ੍ਹੇ ਜਿਹੇ ਘੱਟ ਨਜ਼ਰ ਆ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਟਰਸਟ ਰੇਟ ਵਧਣਗੇ, ਜਿੱਥੇ ਹੈਗੇ ਇੱਥੇ ਹੀ ਰਹਿਣਗੇ। ਓਵਰਨਾਈਟ ਰੇਟ ਜਿਹੜਾ ਇਸ ਵੇਲੇ 4.5% ਜਨਵਰੀ ਦੇ ਵਿੱਚ ਆ ਅਤੇ ਇਹ 1/4 ਪੁਆਇੰਟ ਤੋਂ ਜ਼ਿਆਦਾ ਸਾਲ ਦੇ ਵਿੱਚ ਆ ਗਿਆ। ਬੈਂਕ ਨੇ ਇਹ ਵੀ ਗੱਲ ਕਹੀ ਆ ਕਿ ਇਹ ਇੰਟਰਸਟ ਰੇਟ ਇੱਥੇ ਹੀ ਰੱਖਣਗੇ ਅਤੇ ਜੇ ਉਹਨਾਂ ਨੂੰ ਕੁਛ ਕਰਨਾ ਪਿਆ ਫੇਰ ਹੀ ਕਰਨਗੇ। ਹੁਣ ਲਗਭਗ ਆਸ ਇਹੀ ਲੱਗਦੀ ਹੈ ਕਿ ਇੰਟਰਸਟ ਰੇਟ ਜਿਹੜੇ ਆ ਉਹ ਜਿੰਨੇ ਹੁਣ ਹੈਗੇ ਆ ਇੰਨੇ ਹੀ ਰਹਿਣਗੇ ਅਤੇ ਐਨੂਅਲ ਇਨਫਲੇਸ਼ਨ ਰੇਟ ਜਿਹੜਾ 6.3% ਦਸੰਬਰ ਦੇ ਵਿੱਚ ਸੀਗਾ ਅਤੇ ਇਹ ਵੀ ਜ਼ਿਆਦਾ ਦੱਸਿਆ ਜਾ ਰਿਹਾ। ਇਹਨੂੰ ਪਿਛਲੇ ਸਾਲ 8.1% ਸੀਗਾ ਅਤੇ ਹੁਣ ਜੂਨ ਤੇ ਇਹਦੇ ਵਿੱਚ ਜਿਹੜਾ ਜੂਨ ਦੇ ਵਿੱਚ 8.1% ਸੀਗਾ ਅਤੇ ਹੁਣ ਇਹਨੂੰ ਫਿਊਲ ਅਤੇ ਫੂਡ ਦੇ ਮਾਮਲੇ ਦੇ ਵਿੱਚ ਜਿਹੜਾ ਜ਼ਿਆਦਾ ਇਨਫਲੇਸ਼ਨ ਹੋਈ ਹੈ ਅਤੇ ਹੁਣ ਇਸ ਸਮੇਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹਦਾ ਦੂਜੀ ਇਹ ਗੱਲ ਉਹਨਾਂ ਨੇ ਕਹੀ ਆ ਗਵਰਨਰ ਨੇ ਕਿ ਜਿਹੜਾ ਪਿੱਛੇ ਇੰਟਰਸਟ ਰੇਟ ਵਧੇ ਆ ਇਹਦਾ ਫੁੱਲ ਇੰਪੈਕਟ ਆਉਣ ਵਾਲੇ ਸਮੇਂ 'ਚ ਪੈਣਾ। ਕੁਛ ਸਮਾਂ ਲੱਗੂਗਾ ਇਹਦਾ ਪੂਰਾ ਅਸਰ ਪੈਣ ਦੇ ਲਈ, 2 ਸਾਲ ਤੱਕ ਦਾ ਸਮਾਂ ਲੱਗ ਸਕਦਾ। ਮਤਲਬ ਜਿਹੜੇ ਇੰਟਰਸਟ ਰੇਟ ਵਧੇ ਆ ਜੇ ਇਹਨਾਂ ਨੇ ਮਹਿੰਗਾਈ ਘਟਾਈ ਆ ਜਾਂ ਲੋਕਾਂ ਦੀ ਜਿਹੜੀ ਬਾਇੰਗ ਪਾਵਰ ਘਟ ਗਈ ਆ, ਇਹ ਹਜੇ ਨਹੀਂ ਪੂਰਾ ਅਸਰ ਪੈ ਗਿਆ ਇਹਦਾ। ਜਿੰਨੇ ਕੁ ਫਾਈਨੈਂਸ਼ੀਅਲੀ ਲੋਕ ਤੰਗ ਹੋਏ ਆ ਇਹਦਾ ਅਸਰ 2 ਸਾਲਾਂ ਤੱਕ ਹੌਲੀ ਹੌਲੀ ਰਹੂਗਾ। ਸੋ ਇਸ ਕਰਕੇ ਲੱਗਦਾ ਕਿ ਇਹਨਾਂ ਨੇ ਹੁਣ ਇੰਟਰਸਟ ਰੇਟ ਵਧਾਉਣੇ ਨਹੀਂ, ਕਿਉਂਕਿ ਜੇ ਇਹਦਾ ਅਸਰ 2 ਸਾਲਾਂ ਤੱਕ ਪਤਾ ਲੱਗਣਾ ਤਾਂ ਜੋ ਕੁਛ ਇਹ ਕਰਨਾ ਚਾਹੁੰਦੇ ਆ, ਮਹਿੰਗਾਈ ਨੂੰ ਥੱਲੇ ਕਰਨਾ ਚਾਹੁੰਦੇ ਆ, ਅਤੇ ਉਹ ਜੇ ਥੱਲੇ ਆਉਣੀ ਸ਼ੁਰੂ ਹੋ ਗਈ ਆ ਤਾਂ ਇਹਦਾ ਮਤਲਬ ਗੱਲਾਂ ਬਾਤਾਂ ਠੀਕ ਆ। ਇਹ ਸਪੀਚ ਗਵਰਨਰ ਦੀ ਉਦੋਂ ਆਈ ਆ ਜਦੋਂ ਇੱਕ BMO ਨੇ ਸਰਵੇ ਕੀਤਾ ਸੀ ਜਿਹਦੇ ਵਿੱਚ ਇਹ ਦੱਸਿਆ ਸੀ ਕਿ ਕੈਨੇਡੀਅਨ ਇੱਦਾਂ ਸਮਝਦੇ ਆ ਕਿ ਜੇ ਰਿਟਾਇਰ ਹੋਣਾ ਤਾਂ ਘੱਟੋ ਘੱਟ $17 ਲੱਖ ਤੁਹਾਡੀ ਬੈਂਕ ਦੇ ਵਿੱਚ ਪਿਆ ਹੋਣਾ ਚਾਹੀਦਾ ਅਤੇ 3 ਲੱਖ ਜਿਹੜਾ ਆ 2 ਸਾਲ ਪਹਿਲਾਂ ਕਿਹਾ ਜਾਂਦਾ ਸੀ। ਮਤਲਬ 2 ਸਾਲ ਜਿਹੜਾ ਅੰਦਾਜ਼ਾ ਸੀਗਾ BMO ਨੇ ਇਹ ਸਰਵੇ ਕਰਕੇ ਕਿਹਾ ਸੀ ਵੀ ਤੁਹਾਡੇ ਕੋਲ $3 ਲੱਖ ਹੈਗਾ ਤਾਂ ਰਿਟਾਇਰ ਹੋ ਜਾਓ, ਖਰਚੇ ਬਹੁਤ ਆ। ਹੁਣ ਉਹ 2 ਸਾਲ ਦੇ ਵਿੱਚ 3 ਲੱਖ ਦਾ 17 ਲੱਖ ਹੋ ਗਿਆ ਕਿ 1.7 ਮਿਲੀਅਨ ਜੇ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਰਿਟਾਇਰਮੈਂਟ ਬਾਰੇ ਸੋਚ ਸਕਦੇ ਆ, ਨਹੀਂ ਤਾਂ ਨਹੀਂ। ਉਸ ਸਮੇਂ ਦੇ ਵਿੱਚ ਇਹ ਜਿਹੜਾ ਬਿਆਨ ਆ ਬੈਂਕ ਆਫ ਕੈਨੇਡਾ ਦੇ ਗਵਰਨਰ ਦਾ ਬਹੁਤ ਮਾਇਨੇ ਰੱਖਦਾ। ਆਈਲੈਟਸ ਬਾਰੇ ਅਸੀਂ ਸਾਰੇ ਜਾਣਦੇ ਹਾਂ, ਬਹੁਤ ਪੋਪੂਲਰ ਇਹ ਟਰਮ ਹੋਈ ਹੈ। ਅੰਗਰੇਜ਼ੀ ਦਾ ਉਹ ਟੈਸਟ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਰੈਕੋਗਨਾਈਜ਼ ਕੀਤਾ ਜਾਂਦਾ ਜਦੋਂ ਨਿਆਣੇ ਖਾਸ ਤੌਰ ਦੇ ਉੱਤੇ ਬੱਚੇ ਜਾਂ ਪੜ੍ਹਨ ਆਉਂਦੇ ਆ ਜਾਂ ਕਿਸੇ ਵਿਅਕਤੀ ਦੀ ਵੀ ਜਿਹੜੀ ਲੈਂਗੁਏਜ ਦਾ ਇੰਗਲਿਸ਼ ਲੈਂਗੁਏਜ ਦਾ ਟੈਸਟ ਹੋਣਾ ਹੁੰਦਾ। ਹੁਣ ਪੀਅਰਸਨ ਟੈਸਟ ਆਫ ਇੰਗਲਿਸ਼ ਜਾਣੀ ਕਿ PTE ਜਿਨ੍ਹਾਂ ਲੋਕਾਂ ਨੇ ਕੀਤਾ ਹੋਵੇ ਉਹ ਐਪਲੀਕੈਂਟ ਵੀ ਕੈਨੇਡਾ ਦੇ ਵਿੱਚ PR ਦੇ ਲਈ ਜਾਂ ਟੈਂਪਰੇਰੀ ਰੈਜ਼ੀਡੈਂਸ ਦੇ ਲਈ ਅਪਲਾਈ ਕਰ ਸਕਦੇ ਆ। ਲੈਂਗੁਏਜ ਟੈਸਟ ਕਰਨ ਦੇ ਲਈ ਕਦੇ ਟੋਫਲ ਹੁੰਦਾ ਸੀ, ਕਦੇ ਆਈਲੈਟਸ ਪੋਪੂਲਰ ਹੋਇਆ, ਅਤੇ ਹੁਣ PTE ਪੀਅਰਸਨ ਟੈਸਟ ਆਫ ਲੈਂਗੁਏਜ ਦੀ ਗੱਲਬਾਤ ਜਿਹੜੀ ਆ ਉਹ ਪੀਅਰਸਨ ਟੈਸਟ ਆਫ ਇੰਗਲਿਸ਼ ਉਹਦੀ ਵੀ ਗੱਲਬਾਤ ਜਿਹੜੀ ਆ ਚੱਲ ਰਹੀ ਆ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਨੇ ਇੱਕ ਜਿਹੜੀ ਐਲਾਨ ਕੀਤਾ ਪਿਛਲੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਕਿ ਜਿਹੜੇ ਇਸ ਸਾਲ ਦੇ ਅੰਤ ਤੱਕ ਜਿਹੜੇ ਐਪਲੀਕੈਂਟ ਨੇ ਉਹ ਅਪਲਾਈ ਕਰ ਸਕਦੇ ਆ। PTE ਹੈ ਕਿ ਅੰਗਰੇਜ਼ੀ ਭਾਸ਼ਾ ਦੇ ਵਿੱਚ ਮੁਹਾਰਤ ਦੱਸਣ ਵਾਲਾ ਇੱਕ ਟੈਸਟ ਬਣ ਗਿਆ ਆ ਅਤੇ ਇਹਨੂੰ ਹੁਣ ਮਾਨਤਾ ਦੇ ਦਿੱਤੀ ਗਈ ਹੈ। ਪੀਅਰਸਨ ਟੈਸਟ ਆਫ ਇੰਗਲਿਸ਼ ਇਹਦੇ ਵਿੱਚ ਵੀ ਬਾਕੀ ਜਿਵੇਂ ਟੈਸਟ ਹੁੰਦੇ ਆ ਰਾਈਟਿੰਗ, ਸਪੀਕਿੰਗ, ਲਿਸਨਿੰਗ, ਰੀਡਿੰਗ, ਉਹਨੂੰ ਟੈਸਟ ਕੀਤਾ ਜਾਂਦਾ। 2 ਘੰਟੇ ਦਾ ਪੇਪਰ ਹੁੰਦਾ, 90 ਇਹਦੇ ਨੰਬਰ ਹੁੰਦੇ ਆ ਅਤੇ ਜਿਹੜੀ ਇਹਦਾ ਨਤੀਜਾ ਆ 2 ਕੁ ਦਿਨਾਂ ਦੇ ਵਿੱਚ ਕਹਿੰਦੇ ਆ ਜਾਂਦਾ ਆ। ਅਤੇ ਜਦੋਂ ਕੈਨੇਡਾ ਦੇ ਲਈ ਕਿਸੇ ਨੇ ਸਟੱਡੀ ਵੀਜ਼ਾ ਲੈਣਾ ਹੁੰਦਾ ਤਾਂ ਉਹਦੇ ਲਈ ਇਹਨੂੰ ਮੰਨਿਆ ਜਾਂਦਾ ਵੀ ਇਹ ਟੈਸਟ ਠੀਕ ਹੈ। ਜੇ ਕੋਈ ਇਹ ਟੈਸਟ ਦੇ ਕੇ ਵੀ ਆਇਆ ਹੋਵੇ, ਆਈਲੈਟਸ ਨਾ ਵੀ ਦਿੱਤਾ ਹੋਵੇ ਤਾਂ ਉਹਨੂੰ ਵੀ ਮੰਨਿਆ ਜਾਂਦਾ। ਕਈ ਦੇਸ਼ਾਂ ਦੇ ਵਿੱਚ ਸਟੱਡੀ ਵੀਜ਼ੇ ਲਈ ਅਰਜ਼ੀ ਲਈ ਵਰਤਿਆ ਜਾਂਦਾ। ਜਿਹੜੇ ਸਟੂਡੈਂਟ ਡਾਇਰੈਕਟ ਸਟਰੀਮ ਆ ਉਹਦੇ ਵਿੱਚ ਇਹਨੂੰ ਵਰਤਿਆ ਜਾਂਦਾ ਆ। ਇਹਦੇ ਲਈ ਆਈਲੈਟਸ ਦਾ ਜਿਹੜਾ ਜ਼ਰੂਰੀ ਹੁੰਦਾ ਹੈ ਅਤੇ ਨਾਨ ਸਟੂਡੈਂਟ ਡਾਇਰੈਕਟ ਸਟਰੀਮ ਦੇ ਵਿੱਚ PTE ਨਾਲ ਸਟੱਡੀ ਵੀਜ਼ੇ ਦੀ ਅਰਜ਼ੀ ਲੱਗ ਸਕਦੀ ਆ। ਜਿਹੜੀ ਇਹਦੀ ਪੀਅਰਸਨ ਦੀ ਵੈਬਸਾਈਟ ਆ ਉਹਦੇ ਮੁਤਾਬਕ ਆਸਟ੍ਰੇਲੀਆ, UK ਅਤੇ ਨਿਊਜ਼ੀਲੈਂਡ ਇਹਨਾਂ ਦੇ ਵਿੱਚ ਵੀ ਇਮੀਗ੍ਰੇਸ਼ਨ ਤੌਰ 'ਤੇ PTE ਨੂੰ ਵਰਤਿਆ ਜਾਂਦਾ। ਉੱਧਰ ਇਹ ਜ਼ਿਆਦਾ ਪਾਪੂਲਰ ਸੀ ਪਹਿਲਾਂ, ਇੱਧਰ ਆਈਲੈਟਸ ਜ਼ਿਆਦਾ ਪਾਪੂਲਰ, ਪਰ ਹੁਣ ਇੱਧਰ ਵੀ ਇਹਨੂੰ ਇੱਕ ਤਰੀਕੇ ਦੇ ਨਾਲ ਮਾਨਤਾ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਦੇ ਜਿਹੜੀ ਹੈਗੀ ਆ ਉਹਦੇ ਅਨੁਸਾਰ ਇੱਕ ਨਵਾਂ ਪੇਪਰ ਕੈਨੇਡੀਅਨ ਇਮੀਗ੍ਰੇਸ਼ਨ ਦੇ ਲਈ ਤਿਆਰ ਕੀਤਾ ਗਿਆ ਆ। ਇਹਦੇ ਵਿੱਚ ਜਿਹੜੇ ਇਸ ਸਮੇਂ ਤੁਹਾਨੂੰ ਪਤਾ ਕਿ ਆਈਲੈਟਸ ਦੇ ਵੀ ਜਿਹੜੇ ਐਕੈਡੈਮਿਕ ਅਤੇ ਜਨਰਲ ਪੇਪਰ ਹੁੰਦੇ ਆ ਜਿਹੜੇ ਸਟੱਡੀ ਵੀਜ਼ੇ ਅਤੇ ਇਮੀਗ੍ਰੇਸ਼ਨ ਦੇ ਲਈ ਵਰਤੇ ਜਾਂਦੇ ਆ। ਸੋ PR ਲੈਣ ਦੇ ਲਈ ਹੋਰ ਵੀ ਕੁਛ ਆਪਸ਼ਨ ਉਪਲਬਧ ਨੇ ਜਿਹੜੇ ਐਪਲੀਕੈਂਟਸ ਨੇ ਉਹਨਾਂ ਕੋਲ। ਕਈ ਵਾਰੀ ਉਹਨਾਂ ਨੇ ਫਰੈਂਚ ਭਾਸ਼ਾ ਦਾ ਟੈਸਟ ਵੀ ਦੇਣਾ ਹੁੰਦਾ। ਜਿਹੜੇ ਬੰਦੇ ਨੇ ਫਰੈਂਚ ਸਿੱਖੀ ਆ ਉਹਨੂੰ ਵੀ ਪੁਆਇੰਟ ਇਹਦੇ ਵਿੱਚ ਕਾਫੀ ਮਿਲ ਜਾਂਦੇ ਆ ਅਤੇ ਉਹ ਫਿਰ PR ਲੈਣ ਦੇ ਲਈ ਇੰਗਲਿਸ਼ ਜਾਂ ਫਰੈਂਚ ਭਾਸ਼ਾ ਦੇ ਵਿੱਚੋਂ ਕੋਈ ਵੀ ਟੈਸਟ ਦੇ ਸਕਦੇ ਹੁੰਦੇ ਆ।
ਤੇ ਜੇ ਜਿੰਨੇ ਜ਼ਿਆਦਾ ਨੰਬਰ ਆਉਣਗੇ ਉਨੇ ਜ਼ਿਆਦਾ ਉਹਨਾਂ ਦੇ ਪੀਆਰ ਦੇ ਚਾਂਸਸ ਵੱਧ ਜਾਂਦੇ ਆ। ਤੇ ਕਈ ਜਿਹੜੇ ਆਪਸ਼ਨ ਇਹਨਾਂ ਦੇ ਕੋਲ ਹੈਗੀਆਂ ਆਇਲਟਸ ਤੋਂ ਇਲਾਵਾ ਜਿਹੜਾ ਸੈਲਪਿਪ CELPIP ਦਾ ਪੇਪਰ ਉਹ ਵੀ ਦੇ ਸਕਦੇ। ਸੋ ਤੀਜਾ ਇਸ ਵੇਲੇ ਇਹ ਜਿਹੜਾ ਬਣ ਗਿਆ ਦੱਸਿਆ ਜਾ ਰਿਹਾ ਆ। ਆਇਲਟਸ ਦੇ ਵਿੱਚ ਬੈਂਡ ਹੁੰਦੇ ਆ, ਮੈਕਸੀਮਮ 9 ਬੈਂਡ ਹੁੰਦੇ ਆ। ਇੱਥੇ ਜਿਹੜਾ ਸੈਲਪਿਪ ਆ ਉਹਦੇ 'ਚ 10 ਬੈਂਡ ਹੁੰਦੇ ਆ। ਆਇਲਟਸ ਦਾ ਨਤੀਜਾ 13 ਦਿਨਾਂ ਦੇ ਵਿੱਚ ਆ ਜਾਂਦਾ, ਸੈਲਪਿਪ ਦਾ 5 ਦਿਨਾਂ ਦੇ ਵਿੱਚ ਆ ਜਾਂਦਾ। ਤੇ ਜਿਹੜਾ ਇਹਨਾਂ ਦੀ ਫੀਸ ਦੇ ਵਿੱਚ ਵੀ ਫਰਕ ਹੁੰਦਾ ਆ। ਇੰਡੀਆ ਤੋਂ ਜਿਹੜੇ ਬਹੁਤ ਸਾਰੇ ਲੋਕ ਆਉਂਦੇ ਆ ਉਹਨਾਂ ਦੇ ਵਿੱਚ ਆਇਲਟਸ ਜ਼ਿਆਦਾ ਪੋਪੂਲਰ ਆ। ਪੰਜਾਬ ਦੇ ਵਿੱਚ ਕਿੰਨੇ ਆਇਲਟਸ ਜਿਹੜੇ ਸੈਂਟਰ ਚੱਲਦੇ ਆ ਆਪਾਂ ਸਾਰੇ ਜਾਣਦੇ ਆ। ਸੋ ਹੁਣ ਇਹ ਜਿਹੜਾ ਇੱਕ ਨਵਾਂ ਹੈਗਾ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਜਿਹੜੀ ਆ ਉਹਨਾਂ ਨੇ ਇਹਨੂੰ ਦੇਖਿਆ। ਕੋਈ ਵੀ ਬੰਦਾ ਸੈਲਪਿਪ ਵਿੱਚ ਜਾਂ ਜਿਹੜੇ ਵੱਖ-ਵੱਖ ਉਹਦੇ ਬੈਂਡ ਹੁੰਦੇ ਆ ਕਿ ਇੱਥੇ ਤੱਕ ਤੁਸੀਂ ਲੈਂਦੇ ਆ ਤਾਂ ਉਸ ਤਰੀਕੇ ਦੇ ਨਾਲ ਉਹਦੀ ਜਿਹੜੀ ਅਰਜ਼ੀ ਆ ਦੇਖੀ ਜਾਂਦੀ ਹੈ। ਫਰੈਂਚ ਭਾਸ਼ਾ ਦੇ ਵਿੱਚ ਵੀ ਤੁਸੀਂ ਜੇਕਰ ਆਪਣੀ ਦਿਖਾ ਦਿਓ ਕਿ ਸਾਨੂੰ ਇਹ ਆਉਂਦੀ ਆ ਤਾਂ ਉਹਦੇ ਨਾਲ ਵੀ ਵੀਜ਼ਾ ਜਾਂ PR ਤੁਹਾਨੂੰ ਇੱਥੇ ਮਿਲ ਸਕਦੀ ਹੈ। ਅਤੇ ਜੇ ਤੁਹਾਨੂੰ ਅੰਗਰੇਜ਼ੀ ਵੀ ਆਉਂਦੀ ਹੈ ਅਤੇ ਨਾਲ ਫਰੈਂਚ ਵੀ ਆਉਂਦੀ ਹੈ ਫਿਰ ਉਹਦੇ ਚਾਂਸ ਜ਼ਿਆਦਾ ਵੱਧ ਜਾਂਦੇ ਆ। 2017 ਤੋਂ ਲੈ ਕੇ 2019 ਤੱਕ 18,000 ਦੇ ਕਰੀਬ ਲੋਕਾਂ ਨੇ ਅੰਗਰੇਜ਼ੀ ਤੋਂ ਇਲਾਵਾ ਫਰੈਂਚ ਭਾਸ਼ਾ ਦੇ ਅੰਕ ਹਾਸਲ ਕਰਕੇ ਜਿਹੜੀ ਐਕਸਪ੍ਰੈਸ ਐਂਟਰੀ ਆ ਉਹਦੇ ਰਾਹੀਂ ਅਪਲਾਈ ਕੀਤਾ ਸੀ। ਹੁਣ ਉਹ ਫਰੈਂਚ ਵਾਲਿਆਂ ਦੀ ਜਿਹੜੀ ਗਿਣਤੀ ਆ ਜਾਂ ਉਹ ਟੈਸਟ ਦੇ ਕੇ ਆਉਣ ਵਾਲਿਆਂ ਦੀ ਗਿਣਤੀ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਅਤੇ ਇਹ ਜਿਹੜਾ ਇੱਕ ਆਇਲਟਸ ਤੋਂ ਬਿਨਾਂ ਅੰਗਰੇਜ਼ੀ ਟੈਸਟ ਕਰਨ ਵਾਲਾ PTE ਪੀਅਰਸਨ ਟੈਸਟ ਆਫ ਇੰਗਲਿਸ਼ ਆ ਇਹ ਵੀ ਕਾਫੀ ਜ਼ਿਆਦਾ ਪੋਪੂਲਰ ਹੋ ਰਿਹਾ ਅਤੇ ਇਹਨੂੰ ਕੈਨੇਡਾ ਮਾਨਤਾ ਵੀ ਦੇ ਰਿਹਾ। ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੱਲ੍ਹ ਦੇ ਕੁਛ 8-10 ਮੁੱਦਿਆਂ ਦੇ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।